ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਪਾਵਨ ਬਾਣੀ ਜਪਜੀ ਸਾਹਿਬ ਹੈ, ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ, ਵਿਸ਼ਰਾਮ, ਪ੍ਰਮਾਣਾ ਸਹਿਤ ਸਰਵਣ ਕਰ ਰਹੇ ਹਾਂ। We are listening to Japji Sahib Path with meaning, pronunciation, punctuation and examples. So ਵਿਦਵਾਨ ਪੁਰਸ਼ਾਂ ਨੇ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਵਾਸਤੇ, ਗੁਰਬਾਣੀ ਦਾ ਸਹੀ ਉਚਾਰਨ ਕਰਨ ਵਾਸਤੇ ਤਿੰਨ ਤਰ੍ਹਾਂ ਦੇ ਵਿਸ਼ਰਾਮ ਮੰਨੇ ਹਨ: ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ means a short pause. ਅਰਧ ਵਿਸ਼ਰਾਮ means a slightly longer pause than alpa vishram. Purna vishram means a full stop. ਜੋ ਅਸੀਂ ਗੁਰਬਾਣੀ ਦੇ ਅਰਥ ਕਰ ਰਹੇ ਹਾਂ, ਉਹਦੇ ਵਿੱਚ ਅਸੀਂ ਮਹਾਨ ਕੋਸ਼ ਦੀ ਰੈਫਰੈਂਸ ਲੈ ਕੇ ਫਰੀਦਕੋਟ ਵਾਲੇ ਟੀਕੇ ਦੇ ਅਨੁਸਾਰ, ਸੰਤ ਕਿਰਪਾਲ ਸਿੰਘ ਜੀ ਦੀ ਲਿਖਤ ਅਮੀਰ ਭੰਡਾਰ ਦੇ ਅਨੁਸਾਰ ਇਹਨਾਂ ਦੀ ਅਸੀਂ ਖਾਸ ਤੌਰ 'ਤੇ ਰੈਫਰੈਂਸ ਲਈ ਹੈ ਗੁਰਬਾਣੀ ਦੇ ਅਰਥ ਕਰਨ ਵਾਸਤੇ। ਅਤੇ ਹੋਰ ਵੀ ਭਾਈ ਵੀਰ ਸਿੰਘ ਜੀ ਦੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਹੈ, ਰਾੜਾ ਸਾਹਿਬ ਦੀ ਜੋ ਐਪ ਹੈ ਈਸ਼ਰ ਮਾਈਕਰੋਮੀਡੀਆ, ਜੋ ਗੁਰਬਾਣੀ ਐਕਸਪਲੋਰਰ ਕਰਕੇ ਹੈ ਈਸ਼ਰ ਮਾਈਕਰੋਮੀਡੀਆ, ਅਤੇ ਹੋਰ ਮਹਾਨ ਵਿਦਵਾਨਾਂ ਦੇ ਵਿਚਾਰਾਂ ਨੂੰ ਸੁਣ ਕੇ, ਪੜ੍ਹ ਕੇ, ਸਾਰਿਆਂ ਦੀ ਮੱਤ ਨੂੰ ਇੱਕ ਜਾਣ ਕੇ ਫਿਰ ਸ਼ਾਰਟ ਦੇ ਵਿੱਚ ਆਪਾਂ ਇਸ ਦੇ ਅਰਥ ਕੀਤੇ ਆ। ਸੋ ਹੁਣ ਤੱਕ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 34 ਪੌੜੀਆਂ ਸਰਵਣ ਕਰ ਚੁੱਕੇ ਹਾਂ। ਅਤੇ ਹੁਣ ਜਿਹੜਾ ਜਪਜੀ ਸਾਹਿਬ ਦੇ ਵਿੱਚ ਟੌਪਿਕ ਚੱਲ ਰਿਹਾ ਹੈ, ਉਹ ਹੈ ਪੰਜ ਖੰਡਾਂ ਦਾ। ਪੰਜ ਖੰਡਾਂ ਦਾ ਟੌਪਿਕ ਚੱਲ ਰਿਹਾ। ਅਤੇ ਉਸ ਤੋਂ ਪਹਿਲਾਂ ਉਹਦੇ ਨਾਲ ਹੀ ਆਪਾਂ ਇਸ ਦੀ ਪੰਜਾਂ ਖੰਡਾਂ ਦੀ ਡੈਫੀਨੇਸ਼ਨ ਸੁਣੀ ਸੀ ਵੀ ਪੰਜ ਖੰਡ ਕੀ ਹੁੰਦੇ ਆ, ਅਤੇ ਇਹਨਾਂ ਦੇ ਨਾਮ ਕੀ ਹਨ, ਅਤੇ ਇਹਨਾਂ ਦਾ ਵਰਤਾਰਾ ਕੀ ਹੈ। ਇਸ ਦੇ ਨਾਲ ਨਾਲ ਆਪਾਂ ਪੰਜਾਂ ਖੰਡਾਂ ਬਾਰੇ ਜੋ ਵਿਚਾਰ ਹਨ, ਉਹ ਅਲੱਗ-ਅਲੱਗ ਵਿਦਵਾਨਾਂ ਦੇ ਵਿਚਾਰਾਂ ਨੂੰ ਸੁਣਿਆ, ਪੜ੍ਹਿਆ, ਉਹਨਾਂ ਦੀ ਰੈਫਰੈਂਸ ਲਈ ਆਪਾਂ ਵੀ ਇਹ ਜੋ ਅਰਥ ਆਪਾਂ ਕਰ ਰਹੇ ਹਾਂ, ਇਹਨਾਂ ਵਿਦਵਾਨਾਂ ਨੇ ਇਸ ਗੱਲ ਦੇ ਨਾਲ ਸਹਿਮਤ ਹੋਣਾ ਕੀਤਾ। ਸੋ 34ਵੀਂ ਪੌੜੀ ਆਪਾਂ ਕੰਪਲੀਟ ਕੀਤੀ ਹੈ। ਹੁਣ ਆਪਾਂ ਅੱਜ 35ਵੀਂ ਪੌੜੀ ਸ਼ੁਰੂ ਕਰਦੇ ਹਾਂ ਜੀ। ਧਰਮ ਖੰਡ ਕਾ ਇਹੋ ਧਰਮ। ਇਸ ਪੌੜੀ ਦੇ ਵਿੱਚ, ਇਸ ਪੰਕਤੀ ਦੇ ਵਿੱਚ ਇੱਕੋ ਹੀ ਵਿਸ਼ਰਾਮ ਹੈ। ਧਰਮ ਖੰਡ ਕਾ ਵਿਸ਼ਰਾਮ, ਇਹੋ ਧਰਮ। ਇਸ ਤਰ੍ਹਾਂ ਤਾਂ ਇਸ ਪੰਕਤੀ ਦਾ ਅਰਥ ਹੈ ਕਿ ਗੁਰੂ ਜੀ ਨੇ ਜੋ 34ਵੀਂ ਪੌੜੀ ਵਿੱਚ ਪਿੱਛੇ ਲਿਖਿਆ ਹੈ, ਬਸ ਉਹ ਹੀ ਸ਼ੁਭ ਕਰਨ ਵਾਲਿਆਂ ਦਾ ਧਰਮ ਹੈ। ਧਰਮ ਖੰਡ ਦੇ ਵਾਸੀ ਸਤਿਪੁਰਸ਼ਾਂ ਦਾ ਸ਼ੁਭ ਕਰਮ ਹੀ ਉਹਨਾਂ ਦਾ ਧਰਮ ਹੈ।
ਸਚਾਈ ਹੀ ਧਰਮ ਦਾ ਮੰਡਲ ਹੈ। ਸੋ ਇਹ ਜਿਹੜੀ ਪੰਕਤੀ ਆ ਧਰਮ ਖੰਡ ਕਾ ਇਹੋ ਧਰਮ, ਇਹਦਾ ਮਤਲਬ ਹੈ ਕਿ ਜੋ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਜੋ ਅਸੀਂ ਪਿੱਛੇ 34ਵੀਂ ਪੌੜੀ ਦੇ ਵਿੱਚ ਵਿਚਾਰ ਲਿਖੀ ਹੈ ਉਹ ਧਰਮ ਖੰਡ ਦੀ ਵਿਚਾਰ ਹੈ। ਇਹੋ ਦਾ ਮਤਲਬ ਵੀ ਜੋ ਅਸੀਂ ਕਹਿਤਾ ਇਹੋ ਹੀ ਧਰਮ ਖੰਡ ਹੈ। ਕਈ ਗੁਰਮੁਖ ਹੁਣ ਆਪਾਂ 35ਵੀਂ ਪੌੜੀ ਦੇ ਅਰਥ ਕਰ ਰਹੇ ਹਾਂ ਨਾ, 35 ਪੌੜੀ 35 ਦੇ ਅਰਥ ਕਰ ਰਹੇ ਹਾਂ, ਤਾਂ ਕਈ ਗੁਰਮੁਖ ਇਸ 35ਵੀਂ ਪੌੜੀ ਨੂੰ ਧਰਮ ਖੰਡ ਅਤੇ ਗਿਆਨ ਖੰਡ ਦੀ ਸਾਂਝੀ ਪੌੜੀ ਮੰਨਦੇ ਆ। ਨਹੀਂ, ਐਵੇਂ ਨਹੀਂ ਹੈ। ਇਹ 35ਵੀਂ ਪੌੜੀ ਧਰਮ ਖੰਡ ਤੇ ਗਿਆਨ ਖੰਡ ਦੀ ਸਾਂਝੀ ਪੌੜੀ ਨਹੀਂ ਹੈ। ਇਹ 35ਵੀਂ ਪੌੜੀ ਸਟਾਰਟ ਕਰਨ ਲੱਗਿਆ ਗੁਰੂ ਨਾਨਕ ਦੇਵ ਜੀ ਨੇ ਇਹ ਲਿਖ ਦਿੱਤਾ ਧਰਮ ਖੰਡ ਕਾ ਇਹੋ ਧਰਮ, ਮਤਲਬ ਵੀ ਜੋ ਅਸੀਂ 34ਵੀਂ ਪੌੜੀ ਵਿੱਚ ਕਹਿ ਕੇ ਆਏ ਹਾਂ ਸ਼ੁਭ ਕਰਮਾਂ ਦਾ ਫਲ ਮਹਾਤਮ ਦੱਸਿਆ ਹੈ। ਪਰਮਾਤਮਾ ਨੇ ਸ੍ਰਿਸ਼ਟੀ ਦੀ ਉਤਪਤੀ ਪੈਦਾ ਕੀਤੀ ਹੈ, ਜੀਵ ਜੰਤੂ ਪਸ਼ੂ ਪੰਛੀ ਪਹਾੜ ਵਗੈਰਾ ਵਗੈਰਾ ਪਾਣੀ, ਤਾਂ ਉਸ ਦੀ ਹੋਂਦ ਦੇ ਨਾਲ ਫਿਰ ਮਨੁੱਖ ਪੈਦਾ ਕੀਤਾ, ਧਰਤੀ ਪੈਦਾ ਕੀਤੀ, ਤੇ ਇਹ ਜੋ ਧਰਮਸਾਲ ਧਰਮ ਦੀ ਧਰਤੀ ਬਣਾਈ ਹੈ ਇਸ ਉੱਤੇ ਬੈਠ ਕੇ ਸਤਿਪੁਰਸ਼ ਸ਼ੁਭ ਕਰਮ ਕਰਦੇ ਹਨ। ਮਨੁੱਖ ਜੋ ਹਨ ਇਸ ਧਰਤੀ ਦੇ ਉੱਪਰ ਨਾਮ ਜਪਦੇ ਸ਼ੁਭ ਧਰਮ ਕਰਮ ਕਰਦੇ ਹਨ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜੋ ਅਸੀਂ ਕਿਹਾ ਹੈ ਪਿਛਲੀ ਪੌੜੀ ਦੇ ਵਿੱਚ, ਜੋ ਅਸੀਂ ਕਹਿ ਚੁੱਕੇ ਹਾਂ ਇਹੋ ਹੀ ਧਰਮ ਖੰਡ ਹੈ, ਇਹੋ ਹੀ ਸਚਾਈ ਦਾ ਧਰਮ ਹੈ, ਇਹੋ ਹੀ ਸ਼ੁਭ ਕਰਮ ਹਨ ਤੇ ਸ਼ੁਭ ਕਰਮ ਹੀ ਉਹਨਾਂ ਦਾ ਧਰਮ ਹੈ ਜੋ ਸਤਿਪੁਰਸ਼ ਸਤ ਧਰਮ ਖੰਡ ਦੇ ਵਾਸੀ ਹਨ, ਉਹ ਸ਼ੁਭ ਕਰਮ ਕਰਦੇ ਹਨ। ਠੀਕ ਹੈ। ਇਹ ਜੋ ਪੰਕਤੀ ਹੈ ਇਹ 35ਵੀਂ ਪੌੜੀ ਦੇ 34ਵੀਂ ਪੌੜੀ ਦੇ ਨਾਲ ਰਿਲੇਟਡ ਹੈ, ਇਹਦਾ ਜਿਹੜਾ ਅਰਥ ਹੈਗਾ। ਸੋ ਅਗਲੀ ਪੰਕਤੀ ਪੜ੍ਹੀਏ ਆਪਾਂ। ਜੋ ਅਗਲੀ ਪੰਕਤੀ ਹੁਣ ਆਊਗੀ ਇਹ ਗਿਆਨ ਖੰਡ ਵਾਲੇ ਪੁਰਸ਼ਾਂ ਦੀ ਆਤਮਿਕ ਅਵਸਥਾ ਦਿਖਾਉਂਦੀ ਹੈ। 4 ਖੰਡ ਨਾ, ਧਰਮ ਖੰਡ ਗਿਆਨ ਖੰਡ ਹੈ ਨਾ, ਅੱਗੋਂ ਖੰਡ ਆਈ ਜਾਣਗੇ ਸਾਰੇ। ਹੁਣ ਧਰਮ ਖੰਡ ਤੋਂ ਬਾਅਦ ਆਉਂਦਾ ਹੈ ਗਿਆਨ ਖੰਡ। ਤੇ ਗਿਆਨ ਖੰਡ ਵਾਲੇ ਪੁਰਸ਼ਾਂ ਦੀ ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਹੈ ਉਹਨਾਂ ਪੁਰਸ਼ਾਂ ਦੀ ਆਤਮਿਕ ਅਵਸਥਾ ਸਤਿਗੁਰੂ ਨਾਨਕ ਦੇਵ ਜੀ ਇਸ ਪੌੜੀ ਦੇ ਵਿੱਚ, ਇਸ ਹੁਣ ਜਿਹੜੀ ਪੰਕਤੀ ਪੜ੍ਹਾਂਗੇ ਇਸ ਪੰਕਤੀ ਦੇ ਵਿੱਚ ਤੇ ਇਸ ਤੋਂ ਅੱਗੇ ਵਿਖਿਆਨ ਕਰਦੇ ਹਨ। ਗਿਆਨ ਖੰਡ ਕਾ ਆਖੋ ਕਰਮ ਕਾ ਤੇ ਵਿਸ਼ਰਾਮ ਆਊਗਾ। ਗਿਆਨ ਖੰਡ ਕਾ ਵਿਸ਼ਰਾਮ ਆਖੋ ਕਰਮ। ਹੁਣ ਦੇਖੋ ਆਪਾਂ ਨੂੰ ਸਮਝ ਆ ਗਈ ਨਾ ਗੱਲ ਦੀ, ਵੀ ਪਹਿਲਾਂ ਆਪਾਂ ਪੰਕਤੀ ਪੜ੍ਹੀ ਧਰਮ ਖੰਡ ਕਾ ਇਹੋ ਧਰਮ, ਮਤਲਬ ਵੀ ਜਿਹੜਾ ਅਸੀਂ ਹੁਣ ਪਿੱਛੇ ਕਿਹਾ ਸੀ ਉਹ ਧਰਮ ਖੰਡ ਦੀ ਗੱਲ ਕੀਤੀ ਹੈ, ਪਹਿਲੇ ਖੰਡ ਦੀ। ਪਿੱਛੇ ਜੋ ਅਸੀਂ ਕਿਹਾ ਸੀ ਇਹੋ ਹੀ ਧਰਮ ਖੰਡ ਹੈ। ਤੇ ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਗਿਆਨ ਖੰਡ ਕਾ ਆਖੋ ਕਰਮ। ਹੁਣ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਹੁਣ ਅਸੀਂ ਗਿਆਨ ਖੰਡ ਦੇ ਕਰਮ ਦੀ ਗੱਲ ਆਖਦੇ ਹਾਂ। ਆਖੋ ਕਰਮ ਗਿਆਨ ਖੰਡ ਕਾ, ਹੁਣ ਗਿਆਨ ਖੰਡ ਦਾ ਆਖੋ ਕਰਮ, ਗਿਆਨ ਖੰਡ ਦੀ ਜਾਣਕਾਰੀ ਆਖਦੇ ਹਾਂ, ਹੈ ਨਾ। ਹੁਣ ਗੁਰੂ ਜੀ ਗਿਆਨ ਖੰਡ ਬਾਰੇ ਆਖਦੇ ਹਨ। ਗਿਆਨ ਖੰਡ ਕਾ ਆਖੋ ਕਰਮ, ਹੁਣ ਗੁਰੂ ਜੀ ਗਿਆਨ ਖੰਡ ਬਾਰੇ ਆਖਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਹੁਣ ਮੈਂ ਗਿਆਨ ਖੰਡ ਦੀ ਜਾਣਕਾਰੀ ਦਿੰਦਾ ਹਾਂ। ਗਿਆਨ ਖੰਡ ਦਾ ਭਾਵ ਆਤਮਿਕ ਗਿਆਨੀਆਂ ਦੇ ਰਹਿਣ ਵਾਲਾ ਦੇਸ਼। ਪਹਿਲਾਂ ਵਾਲੇ ਜਿਹੜੇ ਧਰਮ ਖੰਡ ਧਰਮੀ ਪੁਰਸ਼ਾਂ ਦੇ ਰਹਿਣ ਵਾਲਾ ਦੇਸ਼, ਤੇ ਗਿਆਨ ਖੰਡ ਦਾ ਅਰਥ ਹੈ ਆਤਮਿਕ ਗਿਆਨੀਆਂ ਦੇ ਰਹਿਣ ਵਾਲਾ ਦੇਸ਼, ਜਿਹੜੇ ਆਤਮਿਕ ਗਿਆਨੀ ਆ, ਕਿਤਾਬੀ ਗਿਆਨੀ ਨਹੀਂ। ਇੱਕ ਕਿਤਾਬੀ ਗਿਆਨੀ ਅੱਜ ਕੱਲ ਬਹੁਤ ਹੋ ਗਿਆ, ਇੱਕ ਕਿਤਾਬੀ ਗਿਆਨੀ ਹੁੰਦਾ, ਇੱਕ ਆਤਮਿਕ ਗਿਆਨੀ ਹੁੰਦਾ। ਸੋ ਕਿਤਾਬੀ ਗਿਆਨੀ ਹੁੰਦੇ ਵੀ ਜਿਹਨੇ 2-4 ਕਿਤਾਬਾਂ ਪੜ੍ਹ ਲਈਆਂ, 2-4 ਗ੍ਰੰਥ ਪੜ੍ਹ ਲਏ ਵੱਡੇ ਵੱਡੇ, ਤੇ ਉਹ ਗਿਆਨੀ ਬਣ ਜਾਂਦੇ ਆ। ਉਹ ਇਸ ਤਰ੍ਹਾਂ ਦੇ ਜੀ ਗੁਰੂ ਸਾਹਿਬ ਜੀ ਜਦੋਂ ਕਹਿੰਦੇ ਆ ਨਾ ਕਿ ਉਹ ਉਸ ਤਰ੍ਹਾਂ ਦੇ ਜਿਹੜੇ ਕਿਤਾਬੀ ਗਿਆਨੀ ਹੁੰਦੇ ਉਹਨਾਂ ਦੇ ਅੰਦਰ ਭਾਵਨਾ ਤੇ ਸ਼ਰਧਾ ਘੱਟ ਹੁੰਦੀ ਹੈ ਤੇ ਸ਼ੰਕੇ ਜ਼ਿਆਦਾ ਹੁੰਦੇ ਨੇ। ਸ਼ੰਕੇ ਮੀਨਸ ਕੁਐਸਚਨ, ਡਾਊਟ।
ਤੇ ਜਿਹੜੇ ਕਿਤਾਬੀ ਗਿਆਨੀ ਆ ਉਹ ਅੱਜ ਕੱਲ ਦੇਖੋ, ਤੁਸੀਂ ਨੈਟ ਤੇ ਦੇਖੋ, ਸਟੇਜਾਂ ਤੇ ਦੇਖੋ, ਉਹ ਕੁਐਸਚਨ ਹੀ ਪੁੱਟ ਕਰਦੇ ਰਹਿੰਦੇ ਆ। ਕੁਐਸਚਨ ਉਹਨਾਂ ਦੀ ਹਰ ਗੱਲ ਦੇ ਵਿੱਚ ਕੁਐਸਚਨ ਹੀ ਪੁੱਟ ਹੁੰਦਾ ਜੀ। ਐਂ ਕਿਉਂ ਹੋ ਸਕਦਾ, ਐਂ ਕਿਵੇਂ ਹੋ ਸਕਦਾ, ਆਹ ਕਿਵੇਂ ਹੋ ਗਿਆ ਜੀ, ਉਹਨੇ ਐਂ ਕਿਉਂ ਕਹਿਤਾ ਜੀ। ਇਹੋ ਜਿਹੇ ਗਿਆਨੀ ਜਿਹੜੇ ਹੁੰਦੇ ਆ ਉਹ ਕਿਸੇ ਦੇ ਵਿਚਾਰ ਨਾਲ ਸਹਿਮਤ ਨਹੀਂ ਹੁੰਦੇ। ਉਹ ਹਮੇਸ਼ਾ ਆਪਣੀ ਵਿਚਾਰ ਨਾਲ ਹੀ ਸਹਿਮਤ ਹੁੰਦੇ ਆ। ਉਹਨਾਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਅਸੀਂ ਹੀ ਬਹੁਤ ਵੱਡੇ ਗਿਆਨੀ ਹਾਂ, ਸਾਡੇ ਨਾਲੋਂ ਜ਼ਿਆਦਾ ਕੋਈ ਨਹੀਂ ਜਾਣਦਾ, ਤੇ ਜੋ ਅਸੀਂ ਬੋਲਦੇ ਹਾਂ ਉਹ ਹੀ ਸਹੀ ਹੈ। ਇੱਕ ਗੱਲ ਯਾਦ ਆ ਗਈ ਮੈਨੂੰ, ਪਰਵਾਨਾ ਸਾਹਿਬ ਜੀ ਨੇ ਜੋ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੋਏ, ਉਹਨਾਂ ਨੇ ਕਿਤਾਬਾਂ ਲਿਖੀਆਂ ਬਹੁਤ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ। ਉਹਨਾਂ ਦੀ ਕਿਤਾਬ ਵਿੱਚ ਮੈਂ ਪੜ੍ਹਿਆ ਸੀ, ਬਈਏ ਪੜ੍ਹਿਆ ਪਾਸ, ਉਹਦੇ ਵਿੱਚ ਉਹਨਾਂ ਨੇ ਇੱਕ ਥੋੜ੍ਹੀ ਜਿਹੀ ਵਾਰਤਾ ਲਿਖੀ ਸੀ, ਛੋਟੀ ਜੀ, ਵੀ ਇੱਕ ਬੰਦੇ ਨੂੰ ਆਪ, ਇੱਕ ਬੰਦਾ ਥੋੜ੍ਹਾ ਜਿਹਾ ਗਿਆਨੀ ਸੀ, ਉਹ ਆਪ ਹੀ ਕੁਐਸਚਨ ਤਿਆਰ ਕਰਦਾ ਸੀ, ਤੇ ਉਹ ਕੁਐਸਚਨ ਇਹੋ ਜਿਹੇ ਤਿਆਰ ਕਰਦਾ ਹੁੰਦਾ ਸੀ ਕਿ ਉਹਦੇ ਸਵਾਲ ਦਾ ਜਵਾਬ ਸਿਰਫ ਉਹੀ ਜਾਣਦਾ ਹੋਵੇ, ਹੋਰ ਨਾ ਕੋਈ ਜਾਣਦਾ ਹੋਵੇ। ਇਹੋ ਜਿਹੇ ਕੁਐਸਚਨ ਤਿਆਰ ਕਰਦਾ ਸੀ ਉਹ, ਵੀ ਜਿਸ ਦਾ ਸਿਰਫ ਉਸੇ ਨੂੰ ਪਤਾ ਹੋਵੇ, ਦੂਜੇ ਨੂੰ ਨਾ ਪਤਾ ਹੋਵੇ। ਤਾਂ ਇੱਕ ਵਾਰ ਉਹ ਕਿਸ਼ਤੀ ਦੇ ਵਿੱਚ ਬੈਠ ਕੇ ਨਦੀ ਪਾਰ ਕਰਨ ਲੱਗਿਆ, ਰੀਵਰ, ਤਾਂ ਉਸਨੇ ਮਲਾਹ ਨੂੰ ਪੁੱਛ ਲਿਆ, ਕਹਿੰਦਾ ਭਾਈ ਤੂੰ ਪੜ੍ਹਿਆ? ਕਹਿੰਦਾ ਨਹੀਂ ਜੀ ਪੜ੍ਹਿਆ ਨਹੀਂ ਮੈਂ। ਕਹਿੰਦੇ ਫਿਰ ਤਾਂ ਤੇਰਾ 50% ਲਾਈਫ ਹੈ ਉਹ ਬੇਕਾਰ ਗਈ। ਕਹਿੰਦਾ ਫਿਰ ਤੂੰ ਗੁਰਦੁਆਰੇ ਜਾਣਾ, ਮੰਦਰ ਮਸਜਿਦ ਜਾਣਾ? ਕਹਿੰਦਾ ਨਹੀਂ ਜੀ ਜਾਂਦਾ ਨਹੀਂ ਹੈ, ਜਾਇਆ ਨਹੀਂ ਜਾਂਦਾ। ਤੈਨੂੰ ਕਿਸੇ ਚੀਜ਼ਾਂ ਦਾ ਹੋਰ ਗਿਆਨ ਹੈਗਾ, ਬਿਨਾਂ ਪੜ੍ਹੇ ਤੋਂ ਗਿਆਨ ਹੈਗਾ ਤੈਨੂੰ ਧਰਮ ਕਰਮ ਦਾ? ਕਹਿੰਦਾ ਜੀ ਨਹੀਂ। ਕਹਿੰਦੇ ਫਿਰ ਤਾਂ ਤੇਰੀ 100% ਹੀ ਲਾਈਫ ਬੇਕਾਰ ਗਈ। ਤਾਂ ਉਹ ਮਲਾਹ ਨੇ ਉਸ ਨੂੰ ਫਿਰ ਜਵਾਬ ਦਿੱਤਾ, ਕਹਿੰਦੇ ਜੀ ਵਿਦਵਾਨ ਨੂੰ, ਗਿਆਨੀ ਜਾਂ ਪੰਡਤ ਕਹਿ ਲਓ, ਕਹਿੰਦੇ ਪੰਡਤ ਜੀ ਤੁਸੀਂ ਇਹ ਦੱਸੋ ਵੀ ਜੇ ਮੈਂ ਕਿਸ਼ਤੀ ਰੋਕ ਦਿਆਂ ਜਾਂ ਮੈਂ ਟੇਢੀ ਕਰ ਦਿਆਂ ਤੇ ਤੁਹਾਡੀ ਤਾਂ ਪੂਰੀ ਦੀ ਪੂਰੀ ਲਾਈਫ ਬੇਕਾਰ ਗਈ। ਇਸ ਤਰ੍ਹਾਂ ਦੇ ਉਹ ਕੁਐਸਚਨ ਤਿਆਰ ਕਰਦਾ ਸੀ। ਹੋਰ ਵੀ ਉਹਨੇ ਕਈ ਕੁਐਸਚਨ ਕੀਤੇ ਉਸ ਨੂੰ, ਜਿਸ ਦਾ ਸਿਰਫ ਉਸੇ ਨੂੰ ਪਤਾ ਸੀ, ਉਹਨੂੰ ਵਿਚਾਰੇ ਹਲ ਚਲਾਉਣ ਵਾਲੇ ਨੂੰ ਕੀ ਪਤਾ। ਇਸ ਤਰ੍ਹਾਂ ਦੇ ਜਿਹੜੇ ਗਿਆਨੀ ਹੁੰਦੇ ਆ, ਇੱਕ ਦੋ ਤਰ੍ਹਾਂ ਦੇ ਗਿਆਨੀ ਹੁੰਦੇ, ਇੱਕ ਕਿਤਾਬੀ ਗਿਆਨੀ ਹੁੰਦੇ ਆ, ਇੱਕ ਆਤਮਿਕ ਗਿਆਨੀ ਹੁੰਦੇ ਆ। ਤਾਂ ਗਿਆਨ ਖੰਡ ਦਾ ਭਾਵ ਹੈ ਆਤਮਿਕ ਗਿਆਨੀਆਂ ਦੇ ਰਹਿਣ ਵਾਲਾ ਦੇਸ਼ ਹੈ, ਆਤਮਿਕ ਬੋਧੀਆਂ ਦੇ ਮਨ ਦੀ ਅਵਸਥਾ। ਬੋਧੀ ਦਾ ਮਤਲਬ ਇਹ ਨਾ ਸਮਝ ਲਿਓ ਕਿਤੇ ਵੀ ਬੋਧੀਆਂ ਦੀ ਗੱਲ ਕਰਦੇ ਜਿਹੜੇ ਬੁੱਧ ਦੇ ਚੇਲੇ ਹੁੰਦੇ ਆ, ਬੋਧੀ ਹੁੰਦੇ ਆ, ਨਹੀਂ। ਬੋਧੀ ਦਾ ਅਸਲੀ ਅਰਥ ਹੈ ਬੋਧ। ਬੋਧ ਮੀਨਸ ਗਿਆਨ, ਆਤਮਾ ਦਾ ਗਿਆਨ ਰੱਖਣ ਵਾਲੇ। ਤੇ ਆਤਮਿਕ ਬੋਧ ਸ਼ਬਦ ਵਰਤਿਆ ਜਾਂਦਾ, ਆਤਮਿਕ ਬੋਧੀ, ਜਿਨ੍ਹਾਂ ਨੂੰ ਆਤਮਾ ਦਾ ਬੋਧ ਹੋਵੇ, ਗਿਆਨ ਹੋਵੇ, ਸੋਝੀ ਹੋਵੇ। ਬੋਧ ਦਾ ਅਰਥ ਇਹ ਬਣਦਾ ਹੁੰਦਾ। ਆਤਮਿਕ ਬੋਧੀਆਂ ਦੇ ਮਨ ਦੀ ਅਵਸਥਾ ਦਰਗਾਹ ਵਿੱਚ ਤੇ ਸਰੀਰ ਵਿੱਚ ਇਹੋ ਹੀ ਅਵਸਥਾ ਹੁੰਦੀ ਹੈ। ਜਦੋਂ ਜਿਹੜੇ ਆਤਮਿਕ ਗਿਆਨੀ ਆ ਦੁਨੀਆ ਵਿੱਚ ਰਹਿੰਦੇ ਆ, ਤਾਂ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਦੀ ਸਰੀਰ ਦੀ ਇਹੋ ਹੀ ਅਵਸਥਾ ਹੁੰਦੀ ਜਿਹੜੀ ਹੁਣ ਆਪਾਂ ਪੜ੍ਹਾਂਗੇ। ਤੇ ਸਰੀਰ ਦੇ ਛੱਡ ਜਾਣ ਤੋਂ ਬਾਅਦ ਜਦੋਂ ਪਰਮੇਸ਼ਰ ਦੇ ਘਰ ਜਾਂਦੇ ਹਨ, ਦੁਨੀਆ ਨੂੰ ਛੱਡ ਜਾਂਦੇ ਹਨ, ਤੇ ਫਿਰ ਵੀ ਇਹਨਾਂ ਦੀ ਇਹੋ ਹੀ ਅਵਸਥਾ ਹੁੰਦੀ, ਫਿਰ ਗਿਆਨ ਖੰਡ ਦੇ ਵਾਸੀ ਹੋ ਜਾਂਦੇ ਆ ਉਹ। ਗੁਰੂ ਜੀ ਕਹਿੰਦੇ ਹਨ ਕਿ ਜਦੋਂ ਧਰਮ ਦੇ ਕੰਮ ਕਰਦਿਆਂ ਕਿਉਂਕਿ ਪਹਿਲਾ ਖੰਡ ਧਰਮ ਖੰਡ, ਫਿਰ ਹੁਣ ਆਪਾਂ ਗਿਆਨ ਖੰਡ ਦੀ ਗੱਲ ਕਰਦੇ ਹਾਂ। ਗੁਰੂ ਜੀ ਕਹਿੰਦੇ ਵੀ ਜਦੋਂ ਧਰਮ ਦੇ ਕੰਮ ਕਰਦਿਆਂ ਜੀਵ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਤਾਂ ਉਸ ਨੂੰ ਕੁਦਰਤ ਦੀਆਂ ਨਾ ਦਿਸਣ ਵਾਲੀਆਂ ਚੀਜ਼ਾਂ ਸਾਫ਼ ਦਿਖਾਈ ਦੇਣ ਲੱਗ ਜਾਂਦੀਆਂ। ਜਦੋਂ ਬੰਦਾ ਗਿਆਨ ਖੰਡ ਵਿੱਚ ਚਲਿਆ ਜਾਂਦਾ, ਗਿਆਨ ਦੀ ਅਵਸਥਾ ਵਿੱਚ ਚਲਿਆ ਜਾਂਦਾ, ਧਰਮੀ ਬਣ ਜਾਂਦਾ। ਪਹਿਲਾਂ ਬੰਦਾ ਧਰਮ ਕਰਦਾ, ਪੁੰਨ ਧਰਮ ਕਰਦਾ ਹੈਗਾ, ਦਾਨ ਕਰਦਾ ਹੈਗਾ, ਨਾਮ ਜਪਣਾ ਵੀ ਧਰਮ ਹੈ, ਆਪਣੀ ਲਾਈਫ ਦੇ ਵਿੱਚ ਚੰਗੇ ਕੰਮ ਕਰਦਾ।
ਧਰਮ ਕਰਦਾ। ਧਰਮ ਕਰਦਿਆਂ ਕਰਦਿਆਂ ਫਿਰ ਉਸ ਨੂੰ ਗਿਆਨ ਹੋ ਜਾਂਦਾ, ਗਿਆਨ ਦੀ ਅਵਸਥਾ ਵਿੱਚ ਚਲਿਆ ਜਾਂਦਾ। ਜਦੋਂ ਗਿਆਨ ਦੀ ਅਵਸਥਾ ਵਿੱਚ ਚਲਿਆ ਜਾਂਦਾ ਤਾਂ ਫਿਰ ਉਸ ਨੂੰ ਨਾ ਦਿਸਣ ਵਾਲੀਆਂ ਚੀਜ਼ਾਂ ਵੀ ਦਿਸਣ ਲੱਗ ਜਾਂਦੀਆਂ, ਜਿਹੜੀਆਂ ਕੁਦਰਤ ਦੀਆਂ ਐਸੀਆਂ ਚੀਜ਼ਾਂ ਵੀ ਰੱਬ ਨੇ ਬਣਾਈਆਂ ਜਿਹੜੀਆਂ ਦਿਖਾਈ ਨਹੀਂ ਦਿੰਦੀਆਂ, ਟਰਾਂਸਪੇਰੈਂਟ ਹੈ, ਤਾਂ ਉਹ ਵੀ ਦਿਸਣ ਲੱਗ ਜਾਂਦੀਆਂ। ਜਾਂ ਐਂ ਕਹ ਲਓ, ਜਿਹੜੇ ਦੇਸ਼ ਵਿੱਚ ਆਤਮਿਕ ਗਿਆਨੀਆਂ ਦਾ ਵਾਸਾ ਹੈ ਉੱਥੇ ਇੱਕ ਇੱਕ ਤਰ੍ਹਾਂ ਦੀਆਂ ਕਈ ਵਸਤੂਆਂ ਹਨ। ਆਤਮਿਕ ਗਿਆਨ ਖੰਡ ਦੇ ਵਿੱਚ ਗੁਰੂ ਜੀ ਕਹਿੰਦੇ ਕਿ ਜਿੱਥੇ ਜਾ ਕੇ ਗਿਆਨੀਆਂ ਦਾ, ਆਤਮਿਕ ਗਿਆਨੀਆਂ ਦਾ ਗਿਆਨ ਖੰਡ ਵਿੱਚ ਵਾਸਾ ਹੁੰਦਾ ਹੈ, ਉੱਥੇ ਇੱਕ ਇੱਕ ਤਰ੍ਹਾਂ ਦੀਆਂ ਕਈ ਚੀਜ਼ਾਂ ਹਨ। ਕਿੰਨੇ ਹੀ ਕ੍ਰਿਸ਼ਨ, ਕਿੰਨੇ ਹੀ ਬਰਮੇ ਆਦਿਕ ਹਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਸਮ ਗ੍ਰੰਥ ਦੇ ਪੇਜ 182 182 ਦੇ ਉੱਪਰ ਬਚਨ ਕਰਦੇ ਆ, ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬਰਮਾ ਕਿਤੇ ਰਾਵਸਸ ਕਰੋੜ ਜਲੇਸ। ਇਹ ਜਪਜੀ ਸਾਹਿਬ ਦੇ ਵਿੱਚ ਵੀ ਅੱਗੇ ਪੰਕਤੀ ਆਊਗੀ ਇਸੇ ਤਰ੍ਹਾਂ ਦੀ। ਕਹਿੰਦੇ ਜਿੱਥੇ ਗਿਆਨ ਖੰਡੀਆਂ ਦਾ ਵਾਸਾ ਹੈ ਉੱਥੇ ਕਾਲ ਪੁਰਖ ਦੀ ਜਿਹੜੀ ਦੇਹ, ਪਰਮਾਤਮਾ ਦਾ ਸਰੀਰ ਆ, ਦੇਹ ਹੈ, ਜਾਂ ਉਹਦਾ ਸੁਤੇਮਾਨ ਪ੍ਰਕਾਸ਼ ਹੈ, ਉਹਦੇ ਵਿੱਚ ਕੋਟਕ ਮੀਨਸ ਕਰੋੜਾਂ ਹੀ ਬਿਸ਼ਨ ਮਹੇਸ਼, ਵਿਸ਼ਨੂੰ ਅਤੇ ਸ਼ਿਵ ਜੀ ਹਨ। ਕਾਲ ਪੁਰਖ ਦੀ ਦੇਹ ਦੇ ਵਿੱਚ ਕਰੋੜਾਂ ਹੀ ਸ਼ਿਵ ਜੀ ਤੇ ਵਿਸ਼ਨੂੰ ਸਮਾਏ ਹੋਏ ਹਨ। ਕੋਟ ਇੰਦਰ, ਕਰੋੜਾਂ ਹੀ ਇੰਦਰ ਹਨ। ਬਰਮਾ ਕਿਤੇ, ਕਰੋੜਾਂ ਹੀ ਬਰਮਾ ਹਨ। ਰਾਵ ਸੱਸ, ਕਰੋੜਾਂ ਹੀ ਚੰਦਰਮਾ ਹਨ, ਕਰੋੜਾਂ ਹੀ ਸੂਰਜ ਹਨ। ਜਲੇਸ਼ ਮੀਨਸ ਪ੍ਰਕਾਸ਼ ਕਰ ਰਹੇ ਹਨ। ਰਾਵ ਸੱਸ, ਰਾਵ ਮੀਨਸ ਸੂਰਜ, ਸੱਸ ਮੀਨਸ ਚੰਦਰਮਾ, ਕਰੋੜ ਮੀਨਸ ਕਰੋੜਾਂ ਹੀ, ਜਲੇਸ਼ ਮੀਨਸ ਪ੍ਰਕਾਸ਼, ਰੋਸ਼ਨੀ। ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਅਕਾਲ ਪੁਰਖ ਦੇ ਇੱਕ ਇੱਕ ਰੋਮ ਵਿੱਚ, ਅਕਾਲ ਪੁਰਖ ਦੀ ਦੇਹ ਦੇ ਵਿੱਚ ਕਰੋੜਾਂ ਵਿਸ਼ਨੂੰ, ਕਰੋੜਾਂ ਸ਼ਿਵ ਜੀ, ਕਰੋੜਾਂ ਇੰਦਰ, ਕਰੋੜਾਂ ਦੇਵਤੇ, ਕਰੋੜਾਂ ਹੀ ਸੂਰਜ, ਕਰੋੜਾਂ ਚੰਦਰਮਾ ਹਨ। ਕਾਲ ਤੋਂ ਰਹਿ ਪਰਮੇਸ਼ਰ ਦੇ, ਕਾਲ ਤੋਂ ਰਹਿਤ ਪਰਮੇਸ਼ਰ ਦੇ ਸਰੀਰ ਰੂਪੀ ਸੁਤੇਮਾਨ ਪ੍ਰਕਾਸ਼ ਵਿੱਚ ਕਰੋੜਾਂ ਹੀ ਵਿਸ਼ਨੂੰ ਤੇ ਸ਼ਿਵ ਜੀ ਹਨ। ਉਸ ਦੇ ਸਰੀਰ ਵਿੱਚ ਕਰੋੜਾਂ ਹੀ ਇੰਦਰ ਤੇ ਕਿੰਨੇ ਹੀ ਬਰਮੇ ਵਾਸ ਕਰਦੇ ਹਨ। ਕਰੋੜਾਂ ਹੀ ਸੂਰਜ ਤੇ ਚੰਦਰਮਾ ਅਤੇ ਕਰੋੜਾਂ ਹੀ ਜਲ ਦੇ ਦੇਵਤੇ, ਵਰਣ ਵਰਗੇ ਦੇਵਤਿਆਂ ਦਾ ਵਾਸਾ ਹੈ। ਅਕਾਲ ਪੁਰਖ ਇਹਨਾਂ ਸਾਰਿਆਂ ਦਾ ਰਚਨਹਾਰ ਹੈ। ਜੋ ਚੀਜ਼ਾਂ ਹਨ, ਸਾਰੀਆਂ ਚੀਜ਼ਾਂ ਦਾ ਰਚਨਹਾਰ ਅਕਾਲ ਪੁਰਖ ਹੈ। ਇਸ ਵਾਸਤੇ ਗਿਆਨ ਖੰਡ ਦੀ ਗੱਲ ਕਰਦੇ ਹਾਂ ਆਪਾਂ। ਸੋ ਅਗਲੀ ਪੰਕਤੀ ਹੈ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਇਸ ਪੰਕਤੀ ਦੇ ਵਿੱਚ ਵੈ ਸੰਤਰ ਤੇ ਵਿਸ਼ਰਾਮ ਆਊਗਾ ਇੱਕੋ ਹੀ। ਕੇਤੇ ਪਵਨ ਪਾਣੀ ਵੈ ਸੰਤਰ ਵਿਸ਼ਰਾਮ, ਕੇਤੇ ਕਾਨ ਮਹੇਸ਼। ਹੁਣ ਜਿਵੇਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਪੰਕਤੀ ਪੜ੍ਹੀ ਸੀ ਨਾ, ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼, ਹੁਣ ਅੱਗੇ ਸਾਰੀਆਂ ਪੰਕਤੀਆਂ ਵਿੱਚ ਐਵੇਂ ਕਰੋੜਾਂ, ਇੱਥੇ ਗੁਰੂ ਜੀ ਨੇ ਕੋਟਕ ਵਰਤਿਆ ਸੀ, ਗੁਰੂ ਨਾਨਕ ਦੇਵ ਜੀ ਨੇ ਕੇਤੇ ਸ਼ਬਦ ਵਰਤਿਆ। ਕੇਤੇ ਦਾ ਅਰਥ ਹੈ ਕਿੰਨੇ ਹੀ। ਕਿੰਨੇ ਹੀ ਦਾ ਮਤਲਬ ਹੁੰਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਗਿਣ ਨਹੀਂ ਸਕਦੇ, ਜੋ ਗਿਣਤੀ ਤੋਂ ਬਾਹਰ ਹੁੰਦੇ ਆ, ਅਣਗਿਣਤ ਹੁੰਦੇ ਹਨ, ਕਾਊਂਟਲੈਸ ਹੁੰਦੇ ਹਨ। ਉਹ ਤਾਂ ਇਹ ਪੰਕਤੀ ਜੋ ਹੈ, ਗੁਰੂ ਨਾਨਕ ਦੇਵ ਜੀ ਕਹਿੰਦੇ ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਹੈ ਨਾ, ਇਸ ਤਰ੍ਹਾਂ ਵੈ ਸੰਤਰ, ਕੇਤੇ ਕਾਨ ਮਹੇਸ਼। ਇਸ ਦਾ ਅਰਥ ਹੈ ਕਿ ਉਹ ਜੋ ਗਿਆਨ ਖੰਡ ਹੈ ਨਾ, ਉਹ ਜੋ ਪਾਰਟ ਹੈ ਸੱਚਖੰਡ ਦਾ, ਉਸ ਦੁਨੀਆ ਦੇ ਵਿੱਚ ਗਿਆਨ ਖੰਡ ਵਿੱਚ, ਮਤਲਬ ਉੱਥੇ ਕਿੰਨੇ ਹੀ ਤਰ੍ਹਾਂ ਦੀ ਹਵਾ ਹੈ। ਗਰਮ ਹਵਾ, ਠੰਡੀ ਹਵਾ, ਸੁੱਕੀ ਹਵਾ, ਸਿੱਲੀ ਹਵਾ, ਜੋੜਾਂ ਦੀ ਹਵਾ,
ਸਾਹ ਦੀ ਹਵਾ, ਪੇਟ ਦੀ ਹਵਾ। ਕਿੰਨੇ ਤਰ੍ਹਾਂ ਦੀ ਹਵਾ ਦੇਖਦੇ ਹਾਂ ਆਪਾਂ ਇਸ ਦੁਨੀਆ ਦੇ ਵਿੱਚ ਵੀ, ਕਿ ਇਸ ਧਰਤੀ ਦੇ ਉੱਤੇ ਕਿੰਨੇ ਤਰ੍ਹਾਂ ਦੀ ਹਵਾ। ਗਰਮ ਹਵਾ ਵੀ ਹੈਗੀ ਹੈ, ਠੰਡੀ ਹਵਾ ਵਗਦੀ ਹੈ, ਇੱਕ ਸੁੱਕੀ ਹੁੰਦੀ ਹੈ ਡਰਾਈ, ਜੋ ਸਾਡੇ ਬੁੱਲ੍ਹਾਂ ਨੂੰ ਡਰਾਈ ਕਰ ਦਿੰਦੀ, ਸਾਡੀਆਂ ਅੱਖਾਂ ਨੂੰ ਡਰਾਈ ਕਰ ਦਿੰਦੀ ਹੈ, ਸਾਡੀ ਸਕਿਨ ਨੂੰ ਡਰਾਈ ਕਰ ਦਿੰਦੀ ਹੈ। ਸਿੱਲੀ ਜਿਹੜੀ ਹੁੰਦੀ ਹੈ ਸੀਜ਼ਨਲ ਹਵਾ ਹੁੰਦੀ ਹੈ, ਸਾਉਣ ਭਾਦੋਂ 'ਚ ਬਾਰਿਸ਼ਾਂ ਦੇ ਦਿਨਾਂ 'ਚ ਜਿਹੜੀ ਹਵਾ ਹੁੰਦੀ ਹੈ ਉਹਦੇ ਨਾਲ ਸਾਡੀ ਸਕਿਨ ਚਿਪ ਕਰਨ ਲੱਗ ਜਾਂਦੀ, ਸਿੱਲੀ ਹੋ ਜਾਂਦੀ ਹੈ। ਸਾਡੇ ਜੋੜਾਂ ਦੇ ਵਿੱਚ ਵੀ ਹਵਾ, ਜੋੜ ਦਰਦ ਕਰਨ ਲੱਗਦੇ ਆ ਜਾਂ ਜੋੜ ਖੜੇ ਹੋਏ ਹਨ ਹਵਾ ਦੇ ਆਸਰੇ। ਸਾਡੀ ਸਾਹ ਜੋ ਚੱਲਦੀਆਂ ਨੇ ਇਹ ਵੀ ਹਵਾ ਹੈ। ਸਾਡੇ ਪੇਟ ਦੇ ਵਿੱਚ ਵੀ ਹਵਾ ਹੈ, ਜਿਵੇਂ ਕਈ ਵਾਰੀ ਡਾਕਟਰ ਕਹਿ ਦਿੰਦੇ ਆ ਹਵਾ ਪੈ ਗਈ ਪੇਟ ਦੇ ਵਿੱਚ, ਗੈਸ ਹੋ ਗਈ। ਇਸ ਤਰ੍ਹਾਂ ਕੇਤੇ ਪਵਨ, ਪਵਨ ਮਤਲਬ ਹਵਾ, ਕਿੰਨੇ ਹੀ ਤਰ੍ਹਾਂ ਦੀ ਹਵਾ ਹੈ। ਪਾਣੀ, ਪਵਨ ਪਾਣੀ ਵੈਸੰਤਰ। ਹੁਣ ਪਾਣੀ ਮਤਲਬ ਕਿੰਨੇ ਹੀ ਤਰ੍ਹਾਂ ਦਾ ਪਾਣੀ ਹੈ। ਕੌੜਾ ਪਾਣੀ, ਮਿੱਠਾ ਪਾਣੀ, ਫਿੱਕਾ ਪਾਣੀ, ਨਮਕ ਵਾਲਾ ਪਾਣੀ, ਇਸ ਤਰ੍ਹਾਂ ਹੋਰ ਕਿੰਨੇ ਹੀ ਤਰ੍ਹਾਂ ਦਾ ਪਾਣੀ। ਨੀਲਾ ਪਾਣੀ, ਲਾਲ ਪਾਣੀ, ਕਾਲਾ ਪਾਣੀ, ਹਨਾ, ਜੈਲੋ ਪਾਣੀ, ਇਸ ਤਰ੍ਹਾਂ ਦੇ ਕਿੰਨੇ ਤਰ੍ਹਾਂ ਦਾ ਪਾਣੀ ਹੈ। ਕੇਤੇ ਪਵਨ ਹਵਾ, ਪਾਣੀ, ਕਿੰਨੇ ਤਰ੍ਹਾਂ ਦੀ ਹਵਾ, ਕਿੰਨੇ ਤਰ੍ਹਾਂ ਦਾ ਪਾਣੀ। ਫਿਰ ਹੋ ਗਿਆ ਕੇਤੇ ਪਵਨ ਪਾਣੀ ਵੈਸੰਤਰ। ਵੈਸੰਤਰ ਮੀਨਸ ਅੱਗ। ਤਾਂ ਗੁਰੂ ਜੀ ਕਹਿੰਦੇ ਕਿੰਨੇ ਹੀ ਤਰ੍ਹਾਂ ਦੀ ਅੱਗ ਹੈ। ਲੱਕੜਾਂ ਦੀ ਅੱਗ ਹੋ ਗਈ, ਪੇਟ ਦੀ ਅੱਗ, ਜਵਾਲਾਮੁਖੀ ਦੀ ਅੱਗ, ਜਿਹਨੂੰ ਅਸੀਂ ਕਹਿੰਦੇ ਵੋਲਕੈਨੋ ਫਾਇਰ, ਸਮੁੰਦਰ ਦੇ ਅੰਦਰ ਵਾਲੀ ਅੱਗ, ਜਿਹਨੂੰ ਅਸੀਂ ਮੰਝਧਾਰ ਦੀ ਅੱਗ ਕਹਿੰਦੇ, ਮਿਡਲ ਏਸ, ਜਾਂ ਅਸੀਂ ਮੇਨ ਏਸ, ਜਾਂ ਅਸੀਂ ਕਹਾਂਗੇ ਮਿਡ ਸਟ੍ਰੀਮ ਫਾਇਰ, ਜਿਹੜੀ ਅਸੀਂ ਮੰਝਧਾਰ ਦੀ ਕਹਿੰਦੇ ਅੱਗ, ਮੰਝਧਾਰ ਦੀ ਸਮੁੰਦਰਾਂ ਦੇ ਵਿਚਾਲੇ ਹੁੰਦੀ ਉਹ ਅੱਗ। ਕਿੰਨੇ ਤਰ੍ਹਾਂ ਦੀ ਅੱਗ ਹੈ। ਜਵਾਲਾਮੁਖੀ ਦੀ ਅੱਗ, ਪਹਾੜਾਂ ਦੇ ਵਿੱਚ ਜਦੋਂ ਅੱਗ ਨਿਕਲਦੀ ਹੈ, ਵੋਲਕੈਨੋ ਫਾਇਰ ਹੈ ਨਾ। ਸਮੁੰਦਰ ਦੀ ਅੱਗ ਹੋ ਗਈ, ਪੇਟ ਦੀ ਅੱਗ ਹੋ ਗਈ, ਲੱਕੜਾਂ ਦੀ ਅੱਗ ਹੋ ਗਈ। ਇਸ ਤਰ੍ਹਾਂ ਕਿੰਨੇ ਹੀ ਤਰ੍ਹਾਂ ਦੀ ਅੱਗ ਹੈ। ਵੈਸੰਤਰ ਮੀਨਸ ਅੱਗ। ਕੇਤੇ ਪਵਨ ਪਾਣੀ ਵੈਸੰਤਰ, ਕਿੰਨੇ ਤਰ੍ਹਾਂ ਦੀ ਹਵਾ, ਕਿੰਨੇ ਤਰ੍ਹਾਂ ਦਾ ਪਾਣੀ, ਕਿੰਨੇ ਤਰ੍ਹਾਂ ਦੀ ਅੱਗ। ਫਿਰ ਅੱਗੇ ਕੇਤੇ ਕਾਨ ਮਹੇਸ਼। ਕੇਤੇ ਮੀਨਸ ਕਿੰਨੇ ਹੀ, ਕਾਨ ਮੀਨਸ ਕ੍ਰਿਸ਼ਨ, ਮਹੇਸ਼ ਮੀਨਸ ਸ਼ਿਵ ਜੀ। ਕਿੰਨੇ ਹੀ ਕ੍ਰਿਸ਼ਨ ਹਨ, ਕਿੰਨੇ ਹੀ ਸ਼ਿਵ ਜੀ ਹਨ। ਗਿਆਨ ਦਾ ਪ੍ਰਕਾਸ਼ ਹੋ ਜਾਣ ਤੋਂ ਬਾਅਦ ਇਹ ਸਾਰੇ ਦਿਖਾਈ ਦਿੰਦੇ ਆ। ਜਿੰਨਾ ਚਿਰ ਸਾਨੂੰ ਗਿਆਨ ਨਹੀਂ ਹੁੰਦਾ ਨਾ, ਉਹਨਾਂ ਚਿਰ ਸਾਨੂੰ ਹਰ ਚੀਜ਼ ਇੱਕ ਦਿਖਾਈ ਦਿੰਦੀ ਹੈ ਆਪਣੀ ਨਜ਼ਰ ਦੇ ਨਾਲ। ਜਦੋਂ ਬੰਦੇ ਕੋਲ ਗਿਆਨ ਦੀਆਂ ਨਜ਼ਰਾਂ ਆ ਜਾਂਦੀਆਂ, ਜਦੋਂ ਉਹਨੂੰ ਗਿਆਨ ਹੋ ਜਾਂਦਾ, ਫਿਰ ਉਹਨੂੰ ਇੱਕ ਚੀਜ਼ ਦੇ ਵਿੱਚੋਂ ਕਿੰਨੀਆਂ ਹੀ ਕਿੰਨੀਆਂ ਚੀਜ਼ਾਂ ਦਿਖਾਈ ਦੇਣ ਲੱਗ ਜਾਂਦੀਆਂ, ਜਦੋਂ ਮਨੁੱਖ ਗਿਆਨ ਖਾਣ ਦਾ ਵਾਸੀ ਹੋ ਜਾਂਦਾ ਹੈ। ਐਗਜ਼ਾਮਪਲ ਵੈਰੀ ਸਿੰਪਲ, ਇੱਕ ਬੰਦਾ, ਜਿੰਨਾ ਚਿਰ ਸਾਨੂੰ ਗਿਆਨ ਨਹੀਂ ਹੈ ਉਹਨਾਂ ਚਿਰ ਉਹ ਇੱਕ ਬੰਦਾ ਸਾਨੂੰ ਇੱਕ ਬੰਦਾ ਦਿਖਦਾ ਹੈ। ਉਸ ਬੰਦੇ ਦੀ ਅਸੀਂ ਨੋਰਮਲੀ ਜੋ ਸਾਨੂੰ ਉਹਦੀ ਲਾਈਫ ਜਿਸ ਤਰ੍ਹਾਂ ਦੀ ਦਿਖਾਈ ਦਿੰਦੀ, ਸਾਨੂੰ ਉਸ ਤਰ੍ਹਾਂ ਦਾ ਦਿਖਦਾ ਹੈ। ਜਿਵੇਂ ਚੰਗਾ ਬੰਦਾ ਵੇਖਣ ਵਿੱਚ ਬਹੁਤ ਚੰਗਾ ਲੱਗਦਾ, ਸਾਨੂੰ ਵੇਖਣ 'ਚ ਚੰਗਾ ਹੀ ਲੱਗਦਾ ਵਾ। ਬਟ ਜੇ ਉਹਦੀ ਲਾਈਫ ਬਾਰੇ ਨੌਲੇਜ ਨਹੀਂ, ਗਿਆਨ ਨਹੀਂ ਹੈ ਸਾਨੂੰ, ਤਾਂ ਉਹ ਇੱਕੋ ਹੀ ਹੈ ਬੰਦਾ, ਵੀ ਚੰਗਾ ਬੰਦਾ ਸਾਰੇ ਚੰਗਾ ਕਿ ਨਹੀਂ ਚੰਗਾ। ਜਦੋਂ ਅਸੀਂ ਪਰਸਨਲ ਲਾਈਫ ਦੀ ਸਾਨੂੰ ਉਹਦੀ ਦਾ ਗਿਆਨ ਹੋ ਜਾਂਦਾ, ਫਿਰ ਸਾਨੂੰ ਉਸ ਬੰਦੇ 'ਚੋਂ ਕਿੰਨੇ ਬੰਦੇ ਦਿਖਣ ਲੱਗ ਜਾਂਦੇ ਆ, ਵੀ ਇਹ ਬੰਦਾ ਬੇਈਮਾਨ ਵੀ ਹੈ, ਇਹ ਬੰਦਾ ਚੁਗਲ ਵੀ ਹੈ, ਇਹ ਬੰਦਾ ਲੜਦਾ ਵੀ, ਗੁੱਸੇ ਵਾਲਾ ਵੀ ਹੈਗਾ, ਹੈ ਨਾ, ਇਹ ਬੰਦਾ ਚੋਰ ਵੀ ਹੈ। ਇੱਕ ਬੰਦੇ 'ਚੋਂ ਕਿੰਨੇ ਬੰਦੇ ਨਜ਼ਰ ਆਉਣ ਲੱਗ ਜਾਂਦੇ ਸਾਨੂੰ, ਜਦੋਂ ਸਾਨੂੰ ਗਿਆਨ ਹੋ ਜਾਂਦਾ ਉਸ ਬੰਦੇ ਦੀ ਲਾਈਫ ਬਾਰੇ। ਕਰੈਕਟ ਸਮਝ ਆ ਗਈ ਨਾ ਗੱਲ ਦੀ? ਵੀ ਦੇਖਣ ਵਿੱਚ ਇੱਕ ਬੰਦਾ ਲੱਗਦਾ, ਜਦੋਂ ਅਸੀਂ ਉਸ ਨੂੰ ਸਿਰਫ ਇੱਕ ਨੂੰ ਜਾਣਦੇ, ਵੀ ਸਾਰੇ ਲੋਕ ਕਹਿੰਦੇ ਚੰਗਾ ਹੈ ਤਾਂ ਅਸੀਂ ਵੀ ਉਹਨੂੰ ਚੰਗਾ ਕਹਿੰਦੇ ਆ। ਬਟ ਜਦੋਂ ਸਾਨੂੰ ਉਹਦੀ ਪਰਸਨਲ ਲਾਈਫ ਦਾ ਪਤਾ ਲੱਗਦਾ, ਤਾਂ ਫਿਰ ਉਸ ਬੰਦੇ 'ਚੋਂ ਸਾਨੂੰ ਕਿੰਨੇ ਹੀ ਬੰਦੇ ਨਜ਼ਰ ਆਉਣ ਲੱਗ ਜਾਂਦੇ। ਇਸੇ ਤਰ੍ਹਾਂ
ਸਾਨੂੰ ਜੋ ਵੀ ਦੁਨੀਆ ਤੇ ਬਣੀ ਹੋਈ ਚੀਜ਼ ਦਿਖਦੀ ਹੈ ਉਹ ਇੱਕ ਇੱਕ ਦਿਖਾਈ ਦਿੰਦੀ ਸਾਨੂੰ ਨਾਰਮਲ ਆਈਜ਼ ਦੇ ਨਾਲ, ਕਰੈਕਟ। ਬਟ ਜਦੋਂ ਮਨੁੱਖ ਦੇ ਕੋਲ ਪ੍ਰਮਾਤਮਾ ਦਾ ਗਿਆਨ ਆ ਜਾਂਦਾ ਹੈ ਤਾਂ ਉਸ ਨੂੰ ਪ੍ਰਮਾਤਮਾ ਦੇ ਗਿਆਨ ਦੇ ਨਾਲ ਇੱਕ ਇੱਕ ਚੀਜ਼ ਵਰਗੀਆਂ ਕਈ ਚੀਜ਼ਾਂ ਸੇਮ ਸਿਮਿਲਰ ਦਿਖਾਈ ਦੇਣ ਲੱਗ ਜਾਂਦੀਆਂ। ਕਿੰਨੇ ਹੀ ਕ੍ਰਿਸ਼ਨ ਦਿਖਾਈ ਦੇਣ ਲੱਗ ਜਾਂਦੇ, ਕਿੰਨੇ ਰਾਮ ਦਿਖਾਈ ਦਿੰਦੇ, ਕਿੰਨੇ ਸ਼ਿਵ ਜੀ ਦਿਖਾਈ ਦਿੰਦੇ, ਕਿੰਨੇ ਤਰ੍ਹਾਂ ਦੀ ਅੱਗ, ਕਿੰਨੇ ਤਰ੍ਹਾਂ ਦਾ ਪਾਣੀ ਹੈ ਜੀ, ਤੇ ਕਿੰਨੇ ਤਰ੍ਹਾਂ ਦੀ ਹਵਾ। ਇਹ ਸਾਰੀਆਂ ਕਿੰਨੀਆਂ ਦਿਖਾਈ ਦੇਣ ਲੱਗ ਜਾਂਦੀਆਂ। ਫਿਰ ਅਗਲੀ ਪੰਕਤੀ ਵਿੱਚ ਲਿਖਿਆ, ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ। ਇਹਦਾ ਜਿਹੜਾ ਵਿਸ਼ਰਾਮ ਹੈ ਉਹ ਘੜੀਆ ਤੇ ਲੱਗੂਗਾ, ਇੱਕੋ ਹੀ ਵਿਸ਼ਰਾਮ ਹੈ। ਕੇਤੇ ਬਰਮੇ ਘਾੜਤ ਘੜੀਆ ਹੈ ਵਿਸ਼ਰਾਮ ਰੂਪ ਰੰਗ ਕੇ ਵੇਸ। ਹੁਣ ਵਿਸ਼ਰਾਮ ਇਹਦਾ ਇੱਕੋ ਹੀ ਹੈ ਘੜੀਆ ਤੇ, ਬਟ ਇਹਦਾ ਜਿਹੜਾ ਉਚਾਰਨ ਆਪਾਂ ਕਰਨਾ ਨਾ, ਇਹ ਤੇ ਦੇਖੋ ਪੜ੍ਹਨ ਦੇ ਵਿੱਚ ਤਾਂ ਜਿਵੇਂ ਲਿਖਿਆ ਹੋਇਆ ਬੱਬਾ ਰਾਰਾ ਮੰਮੇ ਲਾਵਾਂ ਬਰਮੇ, ਹਨਾ। ਜੇ ਆਪਾਂ ਸਿੱਧਾ ਜਿਹਾ ਬੋਲਾਂਗੇ ਬੱਬਾ ਰਾਰਾ ਮੰਮੇ ਲਾਵਾਂ ਬਰਮੇ, ਪਰ ਇਹਨੂੰ ਜਦੋਂ ਪ੍ਰੋਨਾਊਨ ਕਰਨਾ ਹੈ ਉਦੋਂ ਰਾਰੇ ਬੱਬੇ ਨੂੰ ਥੋੜਾ ਜਿਹਾ ਭਾਰਾ ਕਰਕੇ ਬੋਲਣਾ। ਬਰਮੇ ਨਹੀਂ ਕਹਿਣਾ, ਬਰਮੇ ਕਵਾਂਗੇ, ਠੀਕ ਹੈ। ਇਹਦਾ ਉਚਾਰਨ ਬਣੂਗਾ ਬਰਮੇ ਮੀਨਸ ਬਰਮਾ। ਫਿਰ ਅੱਗੇ ਆਊਗਾ ਘਾੜਤ ਘੜੀਆ ਹੀ, ਹਨਾ। ਉਹਨੂੰ ਅਸੀਂ ਘੜੀਆ ਨਹੀਂ ਬੋਲਣਾ। ਅਸੀਂ ਕਈ ਵਾਰੀ ਗਲਤੀ ਦੇ ਨਾਲ ਕੇਤੇ ਬਰਮੇ ਘਾੜਤ ਘੜੀਆ ਬੋਲ ਦਿੰਦੇ, ਕੇਤੇ ਬਰਮੇ ਘਾੜਤ ਘੜੀਆ ਰੂਪ ਰੰਗ ਕੇ ਵੇਸ, ਏਦਾਂ ਬੋਲਦੇ ਆ। 99% ਸਾਨੂੰ ਏਦਾਂ ਹੀ ਸੁਣਨ ਨੂੰ ਮਿਲਦਾ ਘੜੀਆ। ਪਰ ਦੇਖੋ ਕੱਗਾ ਰਾੜੇ ਨੂੰ ਬਿਹਾਰੀ, ਐੜਾ ਹਾਹੇ ਸਿਆਰੀ, ਘੜੀਆ ਹੈ ਐ ਬੋਲਣਾ, ਘੜੀਆ ਹੈ ਠੀਕ ਹੈ। ਤੇ ਕਈ ਲੋਕ ਜੇ ਹਾਹਾ ਵੀ ਲਾ ਦਿੰਦੇ ਤਾਂ ਉਹ ਬੋਲਦੇ ਘੜੀਆ ਹੈ। ਨੋ, ਰੋਂਗ ਸਾਊਂਡ ਹੈ, ਰੋਂਗ ਪ੍ਰੋਨਾਂਸੀਏਸ਼ਨ ਹੈ, ਘੜੀਆ ਹੈ। ਜਿਹੜੀ ਸਿਹਾਰੀ ਆ, ਆਪਾਂ ਅੱਗੇ ਵੀ ਤੁਹਾਨੂੰ ਕਈ ਵਾਰ ਦੱਸਿਆ ਮੈਂ ਵੀ ਜਿਹੜੀ ਸਿਹਾਰੀ ਹੈਗੀ ਉਹ ਏ ਦੀ ਸਾਊਂਡ ਦਿੰਦੀ। ਕੱਕੇ ਹੋੜਾ ਈ ਦੀ ਸਿਹਾਰੀ ਕੋਏ, ਸੱਸੇ ਹੋੜਾ ਈ ਦੀ ਸਿਹਾਰੀ ਸੋਏ, ਹਾਹੇ ਹੋੜਾ ਈ ਦੀ ਸਿਹਾਰੀ ਹੋਏ, ਕਰੈਕਟ। ਸਿਹਾਰੀ ਜਿਹੜੀ ਏ ਦੀ ਸਾਊਂਡ ਦਿੰਦੀ, ਕੋਏ ਸੋਏ ਹੋਏ, ਹਨਾ। ਇੱਥੇ ਹਾਹੇ ਨੂੰ ਵੀ ਜਦੋਂ ਸਿਹਾਰੀ ਲੱਗੀ ਤਾਂ ਹੇ ਬੋਲਾਂਗੇ ਆਪਾਂ, ਈੜੀ ਸਿਹਾਰੀ ਏ, ਹਾਹੇ ਸਿਹਾਰੀ ਹੇ, ਕਰੈਕਟ। ਘੜੀਆ ਹੈ ਇਹਨੂੰ ਘੜੀਆ ਹੈ ਬੋਲਣਾ, ਤੇ ਉਹਨੂੰ ਬੋਲਣਾ ਬਰਮੇ ਨਹੀਂ ਕਹਿਣਾ, ਬਰਮੇ ਪੱਬੇ ਨੂੰ ਥੋੜਾ ਜਿਹਾ ਭਾਰਾ ਕਰਕੇ। ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ, ਇਸ ਤਰ੍ਹਾਂ ਬੋਲਣਾ। ਇਸ ਪੰਕਤੀ ਦਾ ਅਰਥ ਹੈ ਉੱਥੇ ਕਿੰਨੇ ਹੀ ਬਰਮੇ ਜੀਵਾਂ ਦੀਆਂ ਸੂਰਤਾਂ ਨੂੰ ਘੜਦੇ ਹਨ। ਸਮਝ ਆ ਗਈ ਨਾ ਗੱਲ ਦੀ? ਹੁਣ ਘਾੜਤ ਘੜਨਾ, ਘੜੀਆ ਹੀ ਘੜਦੇ ਹਨ। ਉੱਥੇ ਕਿੰਨੇ ਹੀ ਬਰਮੇ ਮਨੁੱਖਾਂ ਦੀਆਂ ਹੋਰ ਸਾਰੇ ਜੀਵਾਂ ਦੀਆਂ ਸ਼ਕਲਾਂ ਨੂੰ ਘੜਦੇ ਹਨ। ਕਿੰਨੇ ਹੀ ਉਹਨਾਂ ਸੂਰਤਾਂ ਸ਼ਕਲਾਂ ਦੇ ਰੰਗ ਤੇ ਭੇਖ ਹਨ। ਰੂਪ ਰੰਗ ਕੇ ਵੇਸ ਮਤਲਬ ਹੋ ਗਿਆ ਕਿ ਜੋ ਬ੍ਰਹਮਾ ਸਾਡੇ ਸਰੀਰ ਨੂੰ, ਬੋਡੀ ਨੂੰ ਸ਼ੇਪ ਦਿੰਦਾ ਹੈ। ਘੜਨਾ ਮੀਨਸ ਸ਼ੇਪ ਦੇਣਾ। ਚਿੜੀ ਦੀ ਸ਼ੇਪ, ਚਿੜੀ ਨੂੰ ਜਾਂ ਕਿਸੇ ਪਸ਼ੂ ਨੂੰ ਜਾਂ ਮਨੁੱਖ ਨੂੰ, ਜਿੰਨੇ ਵੀ ਜੀਵਾਂ ਨੂੰ ਉਹ ਘੜਦਾ ਹੈ, ਉਹਨਾਂ ਨੂੰ ਸ਼ੇਪ ਦਿੰਦਾ ਹੈ ਬ੍ਰਹਮਾ। ਤਾਂ ਉਹਨਾਂ ਦੀਆਂ ਸ਼ਕਲ ਸੂਰਤਾਂ ਦੇ ਰੰਗ ਤੇ ਭੇਖ ਵੀ ਕਿੰਨੇ ਸੋਹਣੇ ਹਨ, ਵੱਖਰੇ ਵੱਖਰੇ ਕਿੰਨੇ ਹੀ ਹਨ। ਰੰਗ ਦਾ ਮਤਲਬ ਹੋ ਗਿਆ ਰੰਗ, ਰੂਪ ਦਾ ਮਤਲਬ ਹੋ ਗਿਆ ਭੇਖ, ਹਨਾ। ਉਹਨਾਂ ਦੀ ਜਿਹੜੇ ਰੰਗ ਰੂਪ, ਜਿਹੜੇ ਨੈਣ ਨਕਸ਼ ਰੂਪ ਕਹਿੰਦੇ, ਨੈਣ ਨਕਸ਼, ਅੱਖਾਂ, ਨੱਕ, ਕੰਨ, ਲਿਪਸ ਵਗੈਰਾ ਵਗੈਰਾ, ਹੈ ਨਾ। ਤੋ
ਉਹਨਾਂ ਦੀਆਂ ਸੂਰਤਾਂ, ਸ਼ਕਲਾਂ ਦੇ ਰੰਗ ਅਤੇ ਭੇਖ ਕਿੰਨੇ ਹੀ ਹਨ। ਜਿਹੜੀਆਂ ਬ੍ਰਹਮਾ ਨੇ ਸ਼ਕਲਾਂ ਬਣਾਈਆਂ, ਸਰੀਰ ਬਣਾਏ, ਉਹਨਾਂ ਦੇ ਰੰਗ ਕਿੰਨੇ ਹੀ ਤਰ੍ਹਾਂ ਦੇ, ਕੋਈ ਗੋਰਾ, ਕੋਈ ਕਾਲਾ, ਕਿਸੇ ਦਾ ਰੰਗ ਕਾਪਰ ਕਲਰ ਦਾ ਹੁੰਦਾ ਹੈ, ਕਿਸੇ ਦਾ ਰੰਗ ਪਿੰਕ ਕਲਰ ਦਾ ਹੁੰਦਾ, ਗੋਰਾ ਪਿੰਕ ਹੁੰਦਾ, ਕਿਸੇ ਦਾ ਰੰਗ ਗੋਰਾ ਜੈਲੋ ਹੁੰਦਾ ਹੈ ਨਾ। ਕਈਆਂ ਦੇ ਰੰਗ ਗੋਰੇ ਵੀ ਕਈ ਤਰ੍ਹਾਂ ਦੇ ਰੰਗ ਹੁੰਦੇ ਆ, ਕਈਆਂ ਦੇ ਪਿੰਕ ਪਿੰਕ ਗੋਰੇ ਹੁੰਦੇ, ਕਈਆਂ ਦੇ ਜੈਲੋ ਜੈਲੋ ਗੋਰੇ ਹੁੰਦੇ ਆ, ਇਸ ਤਰ੍ਹਾਂ। ਤਾਂ ਫਿਰ ਜਿਹੜਾ ਭੇਖ, ਭੇਖ ਦਾ ਮਤਲਬ ਹੋ ਗਿਆ ਰੂਪ, ਵੀ ਬੰਦਾ ਸੋਹਣਾ ਕਿਵੇਂ ਲੱਗਦਾ। ਭੇਖ ਮੀਨਸ ਪਹਿਰਾਵਾ, ਕਿਹੜੇ ਬੰਦੇ ਦੇ ਕਿਹੋ ਜਿਹੇ ਪਾਏ ਹੋਏ ਕੱਪੜੇ ਸੋਹਣੇ ਲੱਗਦੇ ਹਨ। ਰੂਪ, ਕਿਹੜੇ ਕੱਪੜਿਆਂ ਨਾਲ, ਕਿਹੜੇ ਇਸ ਤਰ੍ਹਾਂ ਦੇ ਕੱਪੜੇ ਪਾਉਣ ਦੇ ਨਾਲ ਉਸ ਨੂੰ ਰੂਪ ਚੜ ਜਾਂਦਾ ਹੈ। ਭੇਖ, ਕਿਸ ਤਰ੍ਹਾਂ ਦਾ ਪਹਿਰਾਵਾ। ਕਈ ਲੋਕ ਇਹੋ ਜਿਹੇ ਹੁੰਦੇ ਹਨ ਕਿ ਉਹਨਾਂ ਦੇ ਵਿਚਾਰਿਆਂ ਦੀ ਬੋਡੀ ਦੀ ਸ਼ੇਪ ਹੀ ਇਹੋ ਜਿਹੀ ਹੁੰਦੀ ਹੈ, ਜਾਂ ਉਹਨਾਂ ਦਾ ਰੰਗ ਹੀ ਇਹੋ ਜਿਹੀ, ਸ਼ਕਲ ਹੀ ਇਹੋ ਜਿਹੀ ਹੁੰਦੀ ਹੈ ਕਿ ਜਿੰਨੇ ਮਹਿੰਗੇ ਮਰਜ਼ੀ ਕੱਪੜੇ ਪਾ ਲੈਣ, ਉਹ ਕੱਪੜੇ ਦੀ ਜੜ ਵੱਢੀ ਜਾਂਦੀ ਹੈ। ਉਹ ਰੂਪ, ਉਹ ਸੋਹਣਾ ਹੀ ਨਹੀਂ ਲੱਗਦਾ ਬੰਦਾ, ਜਿੰਨਾ ਮਰਜ਼ੀ ਕੱਪੜਾ ਪਾਇਆ ਹੋਵੇ ਮਹਿੰਗਾ, ਪਰ ਫਿਰ ਵੀ ਉਹ ਸੋਹਣਾ ਨਹੀਂ ਲੱਗਦਾ। ਕਈ ਬੰਦੇ ਰੱਬ ਨੇ ਇਹੋ ਜਿਹੇ ਬਣਾਏ, ਕਈਆਂ ਦੇ ਸਰੀਰ ਦੀ ਸ਼ੇਪ, ਸ਼ਕਲ, ਸੂਰਤ ਇਹੋ ਜਿਹੀ ਹੁੰਦੀ ਹੈ ਕਿ ਉਹ ਸਸਤੇ ਤੋਂ ਸਸਤਾ ਕੱਪੜਾ ਪਾ ਲੈਣ ਤੇ ਜਿਹੋ ਜਿਹਾ ਮਰਜ਼ੀ ਟੇਢਾ ਮੇਢਾ ਕੱਪੜਾ ਪਾ ਲੈਣ, ਉਹ ਉਸੇ ਦੇ ਵਿੱਚ ਹੀ ਸੋਹਣੇ ਲੱਗਦੇ ਆ। ਉਹਨੂੰ ਕਹਿੰਦੇ ਭੇਖ। ਭੇਖ ਮੀਨਸ ਪਹਿਰਾਵਾ, ਕੱਪੜੇ ਪਾਉਣ ਦਾ ਤਰੀਕਾ, ਹੈ ਨਾ। ਰੂਪ, ਰੂਪ ਕਿਹੜੀ ਗੱਲ ਨਾਲ, ਕਿਹੜੀ ਗੱਲ ਦੇ ਨਾਲ ਉਹ ਸੋਹਣੇ ਲੱਗਦੇ ਆ, ਕਿਹੋ ਜਿਹਾ ਵਸਤਰ ਪਾਉਣ ਦੇ ਨਾਲ, ਕਿਹੋ ਜਿਹੇ ਸੁਭਾਅ ਨਾਲ ਸੋਹਣਾ ਲੱਗੂਗਾ ਬੰਦਾ। ਕਈ ਵਾਰੀ ਬੰਦਾ ਜਿੰਨਾ ਮਰਜ਼ੀ ਸੋਹਣਾ ਹੋਵੇ, ਪਰ ਜੇ ਉਹਦਾ ਸੁਭਾਅ ਗੁੱਸੇ ਵਾਲਾ, ਭੈੜਾ ਹੋਵੇ ਨਾ, ਤੇ ਉਹ ਬੰਦਾ ਬਹੁਤ ਹੀ ਭੈੜਾ ਲੱਗਦਾ ਹੈ, ਸੋਹਣਾ ਹੋਣ ਦੇ ਬਾਵਜੂਦ ਵੀ। ਕਈ ਬੰਦੇ ਸੋਹਣੇ ਨਹੀਂ ਹੁੰਦੇ ਗੇ, ਸ਼ਕਲੋਂ ਸੋਹਣੇ ਨਹੀਂ ਹੁੰਦੇ, ਪਰ ਉਹਨਾਂ ਦੀ ਨੇਚਰ ਇੰਨੀ ਸਵੀਟ ਹੁੰਦੀ ਹੈ, ਇੰਨੀ ਪਿਆਰੀ ਹੁੰਦੀ ਹੈ ਕਿ ਉਹ ਜੀ ਕਰਦਾ ਦੇਖੀ ਜਾਈਏ। ਉਹ ਬਿਨਾਂ ਸ਼ਕਲ ਤੋਂ ਵੀ ਚੰਗੇ ਲੱਗਦੇ ਆ, ਹੈ ਨਾ। ਇਸ ਤਰ੍ਹਾਂ ਗੁਰੂ ਜੀ ਕਹਿੰਦੇ ਹਨ ਕਿ ਬ੍ਰਹਮਾ ਜੋ ਹੈ ਉਹ ਸਾਡੇ ਸਰੀਰਾਂ ਦੀ ਘਾੜਤ ਕੱਢਦਾ, ਕਿੰਨੀਆਂ ਹੀ ਸੂਰਤਾਂ ਬਣਾਉਂਦਾ, ਕਿੰਨੇ ਚਿਹਰੇ ਬਣਾਉਂਦਾ, ਤੇ ਕਿੰਨੇ ਹੀ ਉਹਨਾਂ ਚਿਹਰਿਆਂ ਸੂਰਤਾਂ ਦੀਆਂ ਸ਼ਕਲਾਂ ਦੇ ਸਰੀਰਾਂ ਦੇ ਰੰਗ ਹਨ, ਕਿੰਨੇ ਹੀ ਰੂਪ ਹਨ ਉਹਨਾਂ ਦੇ। ਦੈਨ ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਇਸ ਪੰਕਤੀ ਦੇ ਵਿੱਚ 3 ਵਿਸ਼ਰਾਮ ਹੈ, 3 ਗੱਲਾਂ। 3 ਗੱਲਾਂ ਤਾਂ ਮਤਲਬ ਸਾਨੂੰ 3 ਗੱਲਾਂ ਡਿਫਰੈਂਟ ਤਰੀਕੇ ਦੇ ਨਾਲ ਕਰਨੀਆਂ ਪੈਣੀਆਂ। ਤਿੰਨੇ ਗੱਲਾਂ ਨੂੰ ਸਮਝਣ ਵਾਸਤੇ 3 ਵਾਰੀ ਰੁਕਣਾ ਪਊਗਾ ਸਾਨੂੰ, ਫਿਰ ਗੱਲ ਬਣੂਗੀ ਨਾ, ਫਿਰ ਗੱਲ ਸਮਝ ਚ ਆਊਗੀ। 3 ਵਿਸ਼ਰਾਮ ਹੈ ਇਹਦੇ ਤੇ। ਕੇਤੀਆ ਕਰਮ ਭੂਮੀ ਵਿਸ਼ਰਾਮ, ਮੇਰ ਕੇਤੇ ਵਿਸ਼ਰਾਮ, ਕੇਤੇ ਧੂ ਵਿਸ਼ਰਾਮ, ਉਪਦੇਸ਼। ਇਹਦੇ 'ਚ 3 ਗੱਲਾਂ ਹੋ ਗਈਆਂ। ਕਿਹੜੀਆਂ 3 ਗੱਲਾਂ ਹੋਈਆਂ ਕਿ ਕੇਤੀਆ ਮਤਲਬ ਹੋ ਗਿਆ ਕਿੰਨੀਆਂ ਹੀ, ਕੇਤੀਆ ਮੀਨਸ ਕਿੰਨੀਆਂ ਹੀ, ਬਹੁਵਚਨ ਹੋ ਗਿਆ। ਜਦੋਂ ਕੇਤੇ ਕਿਹਾ ਸੀ ਉਦੋਂ ਕਿੰਨੇ ਹੀ, ਜਦੋਂ ਕੇਤੀਆ ਆਖਿਆ ਉਦੋਂ ਕਿੰਨੀਆਂ ਹੀ, ਹੈ ਨਾ। ਕਿੰਨੀਆਂ ਹੀ ਧਰਤੀਆਂ, ਕਰਮ ਭੂਮੀ, ਭੂਮੀ ਮੀਨਸ ਧਰਤੀਆਂ, ਕਿੰਨੀਆਂ ਹੀ ਧਰਤੀਆਂ। ਮੇਰ ਕੇਤੇ, ਕਿੰਨੇ ਹੀ ਪਰਬਤ, ਕੇਤੇ ਧੂ, ਕਿੰਨੇ ਹੀ ਧਰੂ ਭਗਤ। ਫਿਰ ਉਪਦੇਸ਼, ਉਪਦੇਸ਼ ਵੱਖਰਾ ਸ਼ਬਦ ਹੈ। ਉਪਦੇਸ਼ ਮੀਨਸ ਲੈਕਚਰਰ ਔਰ ਸਟੂਡੈਂਟ, ਇਹ 2 ਤਰ੍ਹਾਂ ਦਾ ਅਰਥ ਬਣਦਾ ਹੈ, ਉਪਦੇਸ਼ ਦੇਣ ਵਾਲਾ ਤੇ ਉਪਦੇਸ਼ ਸੁਣਨ ਵਾਲਾ। ਇਸ ਤਰ੍ਹਾਂ ਹੁਣ ਅਸੀਂ ਪਤਾ ਕਿਵੇਂ ਪੜ੍ਹਦੇ ਹਾਂ, ਅਸੀਂ ਹੁਣ ਇੱਥੇ ਕੇਤੇ ਸ਼ਬਦ ਬਹੁਤ ਆਊਗਾ ਤਾਂ ਅਸੀਂ ਸਾਰਿਆਂ ਨੂੰ ਅਸੀਂ ਪੜ੍ਹਦੇ ਹਾਂ। ਇਹ ਮੇਰ ਕੇਤੇ ਬੋਲਦੇ, ਕੇਤੇ ਤੋਂ ਇਕੱਠਾ ਬੋਲ ਦਿੰਦੇ ਹਾਂ, ਉਹ ਪੰਜਾਬੀ ਮੁਕਾ ਦਿੰਦੇ ਹਾਂ। ਇਸ ਤਰ੍ਹਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਜਿਵੇਂ ਅਸੀਂ ਪਾਠ ਕਰਦੇ ਹੁੰਦੇ ਹਾਂ।
केतिया करम भूमि मेर, केते केते तू उपदेश, केते इंद चंद सूर, केते केते मंडल देश, केते सिद्ध बुद्ध नाथ, केते केते देवी वेश, केते देव दान मुन, केते केते रतन सुमंदा। सानू आउंदा सवाद केते केते दो वारी कहना, पर सानू ये नहीं पता लगता भी केते केते दो वारी इकट्ठा कहण दे नाल गुरबाणी दी इंसल्ट हो रही है, मीनिंग चेंज हो रहे हैं। पाप लगू सानू गलत बाणी पढ़न दे नाल, गलत विश्राम लाउण दे नाल। हुण तुहानूं मैं इन्हां दे विश्राम समझाउणा भी असीं पढ़िया सीगा ਇਹ ਜਦੋਂ केते 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 किते भी दो वारी इकट्ठा नहीं बोलना। एक वारी केता पहले वर्ड दे नाल लाउणा, दूजा केते नैक्सट वर्ड दे नाल लाउणा है ना। इन्हां दोवां दे विचाले रुकना, दोवां केतिਆਂ ਦੇ ਵਿਚਾਲੇ ਅਸੀਂ पाउज होना थोड़ा रुकना, स्टॉप करना। इस तरह केतिया कर्म भूमि मेर, केते केते तू उपदेश। ओके, ये हुण मैं सीखण वास्ते आपां थोड़ा जिहा लॉन्ग कर रहे। हुण आपां जिवें सिखे हुए जिहड़े स्टूडेंट हुंदे आ, प्रैक्टिकली स्टूडेंट जो सिखे हुए है, संप्रदायी कह लो है ना, उन्हां दा पाठ इवें हुंदा है। केतिया कर्म भूमि मेर, केते केते तू उपदेश, केते इंद चंद सूर, केते केते मंडल देश, केते सिद्ध बुद्ध नाथ, केते केते देवी वेश, केते देव दानव मुन, केते केते रतन समुंद। हो गया ना, दोवां तरह के पाठ करके देख लिया आपां। एक अननॉलेज ਜਿਹੜਾ ਬੰਦਾ ਉਹ ਪਾਠ ਇਦਾਂ केते केते ही करी जाऊ, केते 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 इकट्ठे करी ਜਾਂਦਾ ਸਾਰੇ। ਤੇ ਜਿਨ੍ਹਾਂ ਨੇ ਸਿੱਖਿਆ ਹੁੰਦਾ ਆਪਦੇ ਚੰਗੇ ਟੀਚਰ ਦੇ ਕੋਲੋਂ, ਚੰਗੇ ਗੁਰੂ ਦੇ ਕੋਲੋਂ, ਅੱਛੇ ਟੀਚਰ, ਅੱਛੇ ਪ੍ਰੋਫੈਸਰ, ਲੈਕਚਰਰ ਕੋਲੋਂ ਜਦੋਂ ਬਾਣੀ ਸਿੱਖੀ ਹੁੰਦੀ ਹੈ ਤਾਂ ਉਹ ਫਿਰ ਐਵੇਂ ਪੜ੍ਹਦੇ ਜਿਵੇਂ ਆਪਾਂ ਹੁਣ ਪੜ੍ਹਿਆ ਸੀਗਾ ਵੀ ਸਿੱਧ ਬੁੱਧ ਨਾਥ ਕੇ केते केते देवी वेश, केते देव दानव मुन, केते केते रतन समुंद। ਉਹ ਐ ਪਾਠ ਕਰਦੇ ਆ। ਤੇ ਜਿਹੜੇ ਦੂਜੇ ਆ ਉਹ केते इंद चंद सूर, केते केते मंडल दे, केते सिद्ध बुद्ध नाथ, केते केते देवी वेश। ਨਾਲ ਢੋਲਕੀ ਵਜਾਉਣ ਨੂੰ ਤਾਂ ਵਧੀਆ ਵੀ केते 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 ਕਰੀ ਜਾ ਤੇ ਢੋਲਕੀ ਵਧੀਆ ਲੱਗੂਗੀ ਇਹਦੇ ਨਾਲ, ਪਰ ਬਾਣੀ ਗਲਤ ਹੋਊਗੀ, ਹੈ ਨਾ। ਚੰਗੇ ਟੀਚਰ ਕੋਲੋਂ, ਚੰਗੇ ਲੈਕਚਰਰ ਕੋਲੋਂ ਗੁਰਬਾਣੀ ਸਿੱਖੀਏ ਨਾ ਤੇ ਗੁਰਬਾਣੀ ਦਾ ਗਿਆਨ ਆ ਜਾਂਦਾ, ਚੰਗੀ ਲੱਗਦੀ ਹੈ। ਗੁਰੂ ਮਹਾਰਾਜ ਵੀ ਸ਼ੁੱਧ ਬਾਣੀ ਪੜ੍ਹਨ ਨਾਲ ਖੁਸ਼ ਹੁੰਦੇ ਆ। ਭਾਈ ਗੋਪਾਲੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਗੱਦੀ ਦੇਣ ਲੱਗੇ ਸੀ ਸ਼ੁੱਧ ਬਾਣੀ ਪੜ੍ਹਨ ਕਰਕੇ, ਵੀ ਇਹਨੂੰ ਮੈਂ ਕੀ ਦੇਵਾਂ, ਇੰਨੀ ਵਧੀਆ ਬਾਣੀ ਪੜ੍ਹਦਾ, ਸ਼ੁੱਧ ਬਾਣੀ ਸਹੀ ਵਿਸ਼ਰਾਮਾਂ ਨਾਲ ਪੜ੍ਹੀ ਉਸਨੇ। ਤਾਂ ਛੇਵੇਂ ਪਾਤਸ਼ਾਹ ਜੀ ਨੇ ਸੋਚਿਆ ਵੀ ਹੁਣ ਇਹਨੂੰ ਕੀ ਦੇਈਏ, ਚਲੋ ਗੱਦੀ ਤੇ ਬਿਠਾ ਦਿੰਦੇ ਆ, ਗੁਰੂ ਨਾਨਕ ਦੀ ਗੱਦੀ ਦੇ ਦਿੰਦੇ ਇਹਨੂੰ। ਐਡੀ ਵੱਡੀ ਚੀਜ਼ ਦੇਣ ਲੱਗੇ ਸੀ ਸ਼ੁੱਧ ਬਾਣੀ ਪੜ੍ਹਨ ਨਾਲ। ਅਸੀਂ ਪਰਵਾਹ ਹੀ ਨਹੀਂ ਕਰਦੇ ਸੀ, ਸਮਝਦੇ ਨਹੀਂ ਕੋਈ ਤਾਂ ਬਾਬਿਆਂ ਦਾ ਕੰਮ ਆ, ਬਾਣੀ ਪੜ੍ਹਨਾ ਸਾਡਾ ਕੰਮ ਥੋੜ੍ਹਾ ਹੀ ਆ। ਬਾਣੀ ਸਿੱਖਣਾ ਉਹਨਾਂ ਦਾ ਕੰਮ ਆ ਜਿਨ੍ਹਾਂ ਨੇ ਪਾਠੀ ਬਣਨਾ ਹੁੰਦਾ, ਸਾਡਾ ਕੰਮ ਥੋੜ੍ਹਾ ਹੀ ਬਾਣੀ ਸਿੱਖਣਾ। ਸਾਡੇ ਅੰਦਰ ਈਗੋ ਹੈਗੀ ਆ ਵੀ ਅਸੀਂ ਇੰਨੇ ਪੜ੍ਹੇ ਹੋਏ ਆ, ਸਾਨੂੰ ਕਿਸੇ ਕੋਲ ਸਿੱਖਣ ਦੀ ਕੀ ਲੋੜ ਹੈ। ਪਰ ਗੁਰਬਾਣੀ ਸਿੱਖਣ ਵਾਸਤੇ ਗੁਰਬਾਣੀ ਦਾ ਟੀਚਰ ਚਾਹੀਦਾ। ਸਾਨੂੰ LLB ਕਰਨ ਵਾਸਤੇ ਕਿਸੇ ਲੌਜ ਦੇ ਕਿਸੇ ਵੱਡੇ ਪ੍ਰੋਫੈਸਰ ਲੈਕਚਰਰ ਦੀ ਲੋੜ ਹੁੰਦੀ ਹੈ। ਸਾਨੂੰ ਲੈਕਚਰ ਲੈਣੇ ਪੈਂਦੇ ਡਾਕਟਰ ਬਣਨ ਵਾਸਤੇ, ਵੱਡੇ ਵੱਡੇ ਪ੍ਰਿੰਸੀਪਲ ਪ੍ਰੋਫੈਸਰ ਜੋ ਸਾਨੂੰ ਪੜ੍ਹਾਉਂਦੇ ਆ ਡਾਕਟਰ ਬਣਨ ਵਾਸਤੇ, ਵਕੀਲ ਬਣਨ ਵਾਸਤੇ, PhD ਜੋ ਵੀ ਅਸੀਂ ਕਰਨੀ ਹੁੰਦੀ, ਸਾਰੀਆਂ ਚੀਜ਼ਾਂ ਵਾਸਤੇ ਸਾਨੂੰ ਵੱਡੀਆਂ ਵੱਡੀਆਂ ਯੂਨੀਵਰਸਿਟੀ ਦੇ ਵਿੱਚ ਜਾ ਕੇ ਐਡਮਿਸ਼ਨ ਲੈਣਾ ਅਤੇ ਫਿਰ ਉੱਥੇ ਲੈਕਚਰ ਸੁਣਨੇ, ਲੈਕਚਰ ਲੈਣੇ। ਅਤੇ ਇਵੇਂ ਜਿਵੇਂ ਗੁਰਬਾਣੀ ਵਾਸਤੇ ਸਾਨੂੰ ਗੁਰਬਾਣੀ ਕਿਸੇ ਯੂਨੀਵਰਸਿਟੀ 'ਚੋਂ ਨਹੀਂ ਸਿਖਾਈ ਜਾਊਗੀ। ਸਾਨੂੰ ਕਿਸੇ ਲਾਅ ਕਰਦਿਆਂ ਹੋਇਆ ਗੁਰਬਾਣੀ ਨਹੀਂ ਸਿੱਖ ਸਕਦੇ, ਉੱਥੇ ਗੁਰਬਾਣੀ ਨਹੀਂ ਆ। ਲਾਅ ਅਤੇ ਗੁਰਬਾਣੀ ਵੱਖਰੀ ਚੀਜ਼ ਹੈ, ਡਾਕਟਰੀ ਅਤੇ ਗੁਰਬਾਣੀ ਵੱਖਰੀ ਚੀਜ਼ ਹੈ। ਪਰ ਅਸੀਂ ਸਮਝਦੇ ਹਾਂ ਬਾਬਿਆਂ ਦਾ ਕੰਮ ਹੈ, ਪਾਠੀਆਂ ਦਾ ਹੀ ਕੰਮ ਹੈ ਗੁਰਬਾਣੀ ਸਿੱਖਣਾ ਅਤੇ ਸਿਖਾਉਣਾ। ਅਸੀਂ ਚੰਗੇ ਗੁਰਬਾਣੀ ਦੇ ਟੀਚਰ ਨੂੰ ਵੀ ਉਹੀ ਸਮਝਦੇ ਹਾਂ, ਪਾਠੀ ਵਾਂਗੂ ਹੀ। ਜੇ ਤੁਸੀਂ ਚੰਗੇ ਗੁਰਬਾਣੀ, ਤੁਸੀਂ ਮੰਨ ਲਓ ਤੁਸੀਂ ਐਗਜ਼ਾਮਪਲ ਹੀ ਤੁਸੀਂ ਟਿਊਸ਼ਨ ਰੱਖਣੀ ਹੈ, ਮੈਡੀਕਲ ਦੀ ਟਿਊਸ਼ਨ ਰੱਖਣੀ ਹੈ, ਤੁਸੀਂ LLB ਦੀ ਲਾਅ ਦੀ ਟਿਊਸ਼ਨ ਰੱਖਣੀ ਹੈ,
ਤੁਸੀਂ ਹੋਰ ਕਿਸੇ ਚੀਜ਼ ਦੀ ਟਿਊਸ਼ਨ ਰੱਖਣੀ ਹੈ ਤਾਂ ਤੁਸੀਂ ਲੱਭੋਗੇ ਚੰਗੀ ਯੂਨੀਵਰਸਿਟੀ ਦਾ ਪ੍ਰੋਫੈਸਰ, ਲੈਕਚਰਰ ਜਿਹੜਾ ਤੁਹਾਨੂੰ ਵਧੀਆ ਪੜ੍ਹਾਵੇ। ਉਂਝ ਤਾਂ ਪੜ੍ਹਾਉਣ ਵਾਲੇ ਬਥੇਰੇ ਹੁੰਦੇ, ਪਰ ਅਸੀਂ ਲੱਭਦੇ ਹਾਂ ਕਿ ਕਿਸੇ ਗਲੀ ਮੁਹੱਲੇ ਦੇ ਵਿੱਚ ਚੰਗਾ ਪ੍ਰੋਫੈਸਰ ਚੰਗੀ ਯੂਨੀਵਰਸਿਟੀ 'ਚ ਪੜ੍ਹਾ ਰਿਹਾ ਹੋਵੇ, ਜੋ ਪ੍ਰੋਫੈਸਰ ਉਸ ਕੋਲੋਂ ਸਿੱਖੀਏ ਜਾ ਕੇ। ਫੇਮਸ ਯੂਨੀਵਰਸਿਟੀ ਦਾ ਜੋ ਉਹ ਹੈਗਾ ਪ੍ਰੋਫੈਸਰ, ਉਹਦੇ ਕੋਲ ਜਾ ਕੇ ਪੜ੍ਹੀਏ। ਤੇ ਗੁਰਬਾਣੀ ਸਾਨੂੰ ਕਿਤੋਂ ਵੀ ਸਿੱਖਣ ਨੂੰ ਮਿਲ ਜਾਏ, ਕੋਈ ਪਰਵਾਹ ਕੋਈ ਨਹੀਂ ਹੈ ਨਾ। ਚੰਗਾ ਟੀਚਰ ਜਿਹੜਾ ਹੁੰਦਾ ਉਹ ਸਮਝੋ ਵੀ ਚੰਗੀ ਕਿਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਲੈਕਚਰਰ ਵਰਗਾ ਹੁੰਦਾ। ਓਕੇ, ਚਲੋ ਆਪਣੇ ਵਿਚਾਰ 'ਚ ਆਈਏ ਆਪਾਂ ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਕਿੰਨੇ ਹੀ ਪਾਣੀ ਹਨ, ਕਿੰਨੀਆਂ ਹਵਾ ਹਨ, ਕਿੰਨੇ ਤਰ੍ਹਾਂ ਦੀ ਅੱਗ ਹੈ। ਬਰਮਾ ਜਿਹੜਾ ਸੂਰਤਾਂ ਨੂੰ ਘੜਦਾ ਹੈ, ਕਿੰਨੇ ਤਰ੍ਹਾਂ ਦੀਆਂ ਸ਼ਕਲਾਂ ਸੂਰਤਾਂ ਬਣਾਉਂਦਾ ਹੈ, ਫਿਰ ਉਹਨਾਂ ਦੇ ਕਿੰਨੇ ਤਰ੍ਹਾਂ ਦੇ ਰੰਗ ਭੇਖ ਹੁੰਦੇ ਹਨ। ਅਗਲੀ ਪੰਕਤੀ ਪੜ੍ਹੀ ਸੀ ਆਪਾਂ ਹੁਣ, ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ। ਇਹ ਨਾ ਸਿੱਖਣ ਵਾਸਤੇ ਥੋੜ੍ਹਾ ਜਿਹਾ ਆਪਾਂ ਲੌਂਗ ਸਾਊਂਡ ਦਿੰਦੇ ਹਾਂ, ਸਲੋ ਚੱਲਦੇ ਹਾਂ। ਤੇ ਉਂਝ ਨੋਰਮਲੀ ਰੂਟੀਨ ਦੇ ਵਿੱਚ ਅਸੀਂ ਬਾਣੀ ਜਿਵੇਂ ਪੜ੍ਹ ਕੇ ਸੁਣਾਇਆ ਸੀ ਤੁਹਾਨੂੰ ਸ਼ਬਦ, ਉਵੇਂ ਪੜ੍ਹੀ ਦੀ ਹੈ ਬਾਣੀ। ਸੋ ਇਸ ਦਾ ਅਰਥ ਹੈ ਕਿ ਜੋ ਵਾਹਿਗੁਰੂ ਦਾ ਗਿਆਨ ਮੰਡਲ ਦੇਸ਼ ਹੈ, ਜਿਹੜਾ ਸੱਚਖੰਡ ਰੱਬ ਦਾ ਘਰ ਜਿਸ ਨੂੰ ਸੱਚਖੰਡ ਕਹਿੰਦੇ ਹਾਂ, ਉੱਥੇ ਜੋ ਗਿਆਨ ਖੰਡ ਦਾ ਪਾਰਟ ਹੈ ਜਿਸ ਨੂੰ ਗਿਆਨ ਖੰਡ ਕਹਿੰਦੇ ਆ, ਉਸ ਮੰਡਲ ਦੇ ਵਿੱਚ ਜਿੱਥੇ ਬ੍ਰਹਮਾ ਦਾ ਗਿਆਨ ਰੱਖਣ ਵਾਲਿਆਂ ਦਾ ਵਾਸਾ ਹੈ, ਬ੍ਰਹਮ ਦਾ ਗਿਆਨ ਰੱਖਣ ਵਾਲਿਆਂ ਦਾ, ਉਸ ਗਿਆਨ ਖੰਡ ਦੇ ਵਿੱਚ ਪਰਬ੍ਰਹਮ ਪਰਮੇਸ਼ਰ ਬ੍ਰਹਮ ਦਾ ਗਿਆਨ ਰੱਖਣ ਵਾਲਿਆਂ ਦਾ ਵਾਸਾ ਹੈ। ਉੱਥੇ ਕਿੰਨੀਆਂ ਹੀ ਚੰਗੇ ਕਰਮ ਕਮਾਉਣ ਵਾਲੀਆਂ ਧਰਤੀਆਂ ਹਨ, ਕਿੰਨੇ ਹੀ ਸੁਮੇਰ ਪਰਬਤ ਹਨ, ਇੱਥੇ ਇੱਕੋ ਹੀ ਆਪਣੇ ਕੋਲੇ। ਕਿੰਨੇ ਹੀ ਧਰੂ ਭਗਤ ਵਰਗੇ ਸਿੱਖਿਆ ਤੇ ਉਪਦੇਸ਼ ਲੈਣ ਵਾਲੇ ਹਨ, ਅਤੇ ਕਿੰਨੇ ਹੀ ਉਪਦੇਸ਼ ਦੇਣ ਵਾਲੇ ਹਨ। ਦੈਨ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ, ਇਹਦੇ ਵਿੱਚ ਵੀ ਦੋ ਵਿਸ਼ਰਾਮ ਹੈ। ਕੇਤੇ ਇੰਦ ਚੰਦ ਵਿਸ਼ਰਾਮ, ਸੂਰ ਕੇਤੇ ਵਿਸ਼ਰਾਮ, ਕੇਤੇ ਮੰਡਲ ਦੇਸ। ਇੱਥੇ ਹੁਣ ਜਿੰਨੇ ਵੀ ਕੇਤੇ ਆਉਣਗੇ ਨਾ, ਉਹ ਕੇਤਿਆਂ ਨੂੰ ਇਕੱਠਾ ਨਹੀਂ ਬੋਲਣਾ। ਇੱਕ ਕੇਤਾ ਪਹਿਲਾਂ ਵਾਲੇ ਵਰਡ ਦੇ ਨਾਲ ਲਾਉਣਾ, ਦੂਜਾ ਕੇਤਾ ਲਾਸਟ ਵਾਲੇ ਵਰਡ ਦੇ ਨਾਲ ਲਾਉਣਾ ਹੈ ਨਾ, ਨੈਕਸਟ ਵਰਡ ਦੇ ਨਾਲ ਲਾਉਣਾ। ਇਸ ਤਰ੍ਹਾਂ ਇਕੱਠਾ ਕੇਤਾ ਕਿਤੇ ਵੀ ਨਹੀਂ ਬੋਲਣਾ ਗਾ। ਕੇਤੇ ਕੇਤੇ ਦੋ ਵਾਰੀ ਨਹੀਂ ਬੋਲਣਾ, ਇੱਕ ਕੇਤਾ ਕਹਿ ਕੇ ਸਟਾਪ ਲਾਉਣਾ, ਫਿਰ ਆਪਣੇ ਆਪ ਹੀ ਵਿਸ਼ਰਾਮ ਬਣੂਗਾ। ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ, ਇਹਦਾ ਅਰਥ ਹੈ ਕਿੰਨੇ ਹੀ ਇੰਦਰ ਤੇ ਕਿੰਨੇ ਹੀ ਚੰਦਰਮਾ ਹਨ, ਕਿੰਨੇ ਹੀ ਸੂਰਜ, ਕਿੰਨੇ ਹੀ ਦੇਸ਼ ਤੇ ਕਿੰਨੇ ਹੀ ਬ੍ਰਹਿਮੰਡ ਹਨ। ਮੰਡਲ ਮੀਨਸ ਬ੍ਰਹਿਮੰਡ, ਗਲੈਕਸੀਜ਼। ਕਿੰਨੀਆਂ ਹੀ ਧਰਤੀਆਂ ਅਸਮਾਨ ਵਿੱਚ ਹਨ, ਕਿੰਨੀਆਂ ਹੀ ਧਰਤੀਆਂ ਇਸ ਧਰਤੀ ਤੇ ਹਨ, ਕਿੰਨੇ ਹੀ ਸੂਰਜ ਹਨ। ਇੱਕ ਸਾਨੂੰ ਇੱਕੋ ਹੀ ਦਿਖਾਈ ਦਿੰਦਾ, ਪਰ ਸੂਰਜ ਬਹੁਤ ਹਨ। ਸਾਇੰਸ ਅੱਜ ਕਹਿੰਦੀ ਵੀ ਸੂਰਜ ਅੱਗੇ ਤੋਂ ਅੱਗੇ ਕਿੰਨੇ ਹੀ ਸੂਰਜ ਦਿਖਾਈ ਦਿੰਦੇ ਆ, ਬਟ ਗੁਰੂ ਨਾਨਕ ਦੇਵ ਜੀ 550 year ਅਗੋ ਇਹ ਗੱਲ ਕਹਿ ਗਏ ਸਨ ਵੀ ਕਿੰਨੇ ਹੀ ਸੂਰਜ ਹਨ, ਕਿੰਨੇ ਹੀ ਚੰਦਰਮਾ ਹਨ। ਦੈਨ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ। ਇਹ ਮੈਂ ਹੌਲੀ ਹੌਲੀ ਪੜ੍ਹ ਰਿਹਾ ਨਾ, ਸਿੱਖਣ ਵਾਸਤੇ ਜਾਂ ਸਿਖਾਉਣ ਵਾਸਤੇ, ਵੀ ਸਟੂਡੈਂਟ ਨੂੰ ਸਮਝ ਆ ਜੇ, ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜੇ ਕਿੱਥੇ ਕਿਤੇ ਰੁਕਣਾ ਹੈ ਨਾ। ਤੇ ਇਹਦੇ ਵਿੱਚ ਦੋ ਵਿਸ਼ਰਾਮ ਆ, ਕੇਤੇ ਸਿੱਧ ਬੁੱਧ ਵਿਸ਼ਰਾਮ, ਨਾਥ ਕੇਤੇ ਵਿਸ਼ਰਾਮ, ਕੇਤੇ ਦੇਵੀ ਵੇਸ। ਇਸ ਤਰ੍ਹਾਂ ਦੁਬਾਰਾ ਫਿਰ ਰਿਪੀਟ ਕਰਦੇ ਆਪਾਂ, ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ। ਇਸ ਤਰ੍ਹਾਂ ਇਸ ਪੰਕਤੀ ਦਾ ਅਰਥ ਹੈ ਕਿੰਨੇ ਹੀ ਸਿੱਧ ਜੋਗੀ ਹਨ, ਕਿੰਨੇ ਹੀ ਬੁੱਧ ਸਮਾਧੀਆਂ ਵਿੱਚ ਬੈਠੇ ਹਨ। ਕੇਤੇ ਸਿੱਧ, ਕੇਤੇ ਮੀਨਸ ਕਿੰਨੇ ਹੀ, ਸਿੱਧ ਮੀਨਸ ਜੋਗੀ, ਬੁੱਧ ਮੀਨਸ ਬੁੱਧ।
ਕਿੰਨੇ ਹੀ ਬੁੱਧ ਸਮਾਧੀਆਂ ਵਿੱਚ ਬੈਠੇ ਹਨ। ਨਾਥ ਕੇਤੇ ਕਿੰਨੇ ਹੀ ਬੁੱਧੀਵਾਨ ਵਿਦਵਾਨ, ਕਿੰਨੇ ਹੀ ਸ਼ਿਵ, ਕਿੰਨੀਆਂ ਹੀ ਦੇਵੀਆਂ, ਕੇਤੇ ਦੇਵੀ ਵੇਸ, ਕਿੰਨੀਆਂ ਹੀ ਦੇਵੀਆਂ ਅਤੇ ਉਹਨਾਂ ਦੇ ਭੇਸ ਹਨ। ਵੇਸ ਮਤਲਬ ਭੇਸ, ਭੇਸ ਮੀਨਸ ਪਹਿਰਾਵਾ, ਕੱਪੜੇ ਪਾਉਣ ਦਾ ਰੰਗ ਅਤੇ ਢੰਗ। ਜਿਵੇਂ ਦੁਰਗਾ ਦੇ ਲਾਲ ਵਸਤਰ ਹਨ, ਕਾਲਕਾ ਦੇ ਕਾਲੇ ਵਸਤਰ ਹਨ। ਇਸੇ ਤਰ੍ਹਾਂ ਜਿਹੜੀਆਂ ਹੋਰ ਦੇਵੀਆਂ ਹਨ ਉਹਨਾਂ ਦੇ ਵੀ ਆਪਣੇ ਆਪਣੇ ਰੰਗ ਦੇ ਕੱਪੜੇ ਪਾਏ ਹੁੰਦੇ ਹਨ ਤੇ ਉਹਨਾਂ ਰੰਗਾਂ ਦੇ ਕੱਪੜਿਆਂ ਨਾਲ ਪਹਿਚਾਣੀਆਂ ਜਾਂਦੀਆਂ ਉਹ। ਇਸੇ ਤਰ੍ਹਾਂ ਦੇਵੀਆਂ ਦੇ ਕਿੰਨੇ ਹੀ ਭੇਖ ਹਨ, ਕਿੰਨੇ ਹੀ ਨਾਥ ਭਾਵ ਸ਼ਿਵ ਜੀ ਹਨ, ਕਿੰਨੇ ਹੀ ਬੁੱਧੀਵਾਨ ਵਿਦਵਾਨ ਹਨ, ਕਿੰਨੇ ਹੀ ਬੁੱਧ ਸਮਾਧੀਆਂ ਵਿੱਚ ਬੈਠੇ ਹਨ, ਕਿੰਨੇ ਜੋਗੀ ਬੈਠੇ ਹਨ। ਅੱਗੇ ਕੇਤੇ ਦੇਵ ਦਾਨਵ ਮਨ ਕੇਤੇ, ਕੇਤੇ ਰਤਨ ਸਮੁੰਦ। ਇੱਥੇ ਵੀ ਦੋ ਵਿਸ਼ਰਾਮ ਆ, ਕੇਤੇ ਦੇਵ ਦਾਨਵ ਵਿਸ਼ਰਾਮ, ਮਨ ਕੇਤੇ ਵਿਸ਼ਰਾਮ, ਕੇਤੇ ਰਤਨ ਸਮੁੰਦ। ਸਮਝ ਆਈ? ਇਸ ਤਰ੍ਹਾਂ ਵਿਸ਼ਰਾਮ ਲਾਉਣਾ। ਕੇਤੇ ਨੂੰ ਕਿਤੇ ਵੀ ਦੋਵਾਂ ਕੇਤਿਆਂ ਨੂੰ ਇਕੱਠੇ ਨਹੀਂ ਕਰਨਾ, ਸਪੇਸ ਦੇਣੀ ਉਹਨਾਂ ਨੂੰ। ਕੇਤੇ ਦੇਵ ਦਾਨਵ ਮਨ ਕੇਤੇ, ਕੇਤੇ ਰਤਨ ਸਮੁੰਦ। ਇਸ ਪੰਕਤੀ ਦਾ ਅਰਥ ਹੈ ਉਥੇ ਕਿੰਨੇ ਹੀ ਦੇਵਤੇ, ਦੇਵ ਮੀਨਸ ਦੇਵਤੇ, ਦਾਨਵ ਮੀਨਸ ਦੈਂਤ ਰਾਖਸ਼, ਮਤਲਬ ਕਿੰਨੇ ਹੀ ਉੱਥੇ ਦੇਵਤੇ ਹਨ, ਕਿੰਨੇ ਹੀ ਦੈਂਤ ਤੇ ਰਾਖਸ਼ ਹਨ। ਮਨ ਕੇਤੇ ਮਤਲਬ ਉੱਥੇ ਕਿੰਨੇ ਹੀ ਚੁੱਪ ਰਹਿਣ ਵਾਲੇ ਮੌਨੀ ਸੰਤ ਹਨ ਜੋ ਮੌਨ ਧਾਰ ਕੇ ਬੈਠੇ, ਚੁੱਪ ਕਰਕੇ ਬੈਠੇ ਹਨ। ਕੇਤੇ ਰਤਨ ਸਮੁੰਦ ਮਤਲਬ ਕਿੰਨੇ ਹੀ ਸਮੁੰਦਰ ਅਤੇ ਉਹਨਾਂ ਦੇ ਅੰਦਰ ਰਤਨ ਹੀਰੇ ਮੋਤੀ ਹਨ। ਜਿੰਨੇ ਵੀ ਸਮੁੰਦਰ ਹਨ ਉਹਨਾਂ ਦੇ ਅੰਦਰ ਕਿੰਨੇ ਹੀ ਸਮੁੰਦਰ ਹਨ ਤੇ ਉਹਨਾਂ ਦੇ ਅੰਦਰ ਕਿੰਨੇ ਹੀ ਰਤਨ ਪਏ ਹੋਏ ਹਨ। ਸਟੋਨ ਜਿਵੇਂ ਡਾਇਮੰਡ ਬਾਹਰ ਹੁੰਦਾ ਹੈ, ਡਾਇਮੰਡ ਦਾ ਬਾਹਰ ਹੁੰਦਾ ਹੈ, ਬਟ ਰੂਬੀ ਜੋ ਮਾਣਕ ਕਹਿੰਦੇ ਅਸੀਂ, ਪੰਨਾ ਵਗੈਰਾ ਵਗੈਰਾ, ਇਹ ਜਿਹੜੇ ਸਟੋਨ ਹੈ ਸਾਰੇ ਸਮੁੰਦਰਾਂ ਦੇ ਵਿੱਚ ਰਤਨ ਹੁੰਦੇ ਆ, ਹੀਰੇ ਜਵਾਹਰਾਤ ਮੋਤੀ ਵਗੈਰਾ, ਇਹ ਸਾਰੇ ਸਮੁੰਦਰਾਂ ਵਿੱਚੋਂ ਨਿਕਲਦੇ ਆ। ਦੈਨ ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਇਹਦੇ ਚ ਦੋ ਵਿਸ਼ਰਾਮ ਹੈ, ਕੇਤੀਆ ਖਾਣੀ ਵਿਸ਼ਰਾਮ, ਕੇਤੀਆ ਬਾਣੀ ਵਿਸ਼ਰਾਮ, ਕੇਤੇ ਪਾਤ ਨਰਿੰਦ। ਠੀਕ ਹੈ ਨਾ? ਇਸ ਤਰ੍ਹਾਂ ਪੜਾਂਗੇ ਆਪਾਂ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਗੁਰੂ ਸਾਹਿਬ ਜੀ ਕਹਿੰਦੇ ਹਨ ਕੇਤੀਆ ਮਤਲਬ ਕਿੰਨੀਆਂ ਹੀ, ਹੈ ਨਾ? ਕੇਤੀਆ ਮੀਨਸ ਕਿੰਨੀਆਂ ਹੀ, ਕਿੰਨੀਆਂ ਹੀ ਖਾਣੀਆਂ ਹਨ। ਕੇਤੀਆ ਬਾਣੀ ਕਿੰਨੀਆਂ ਹੀ ਬਾਣੀਆਂ ਹਨ। ਕੇਤੇ ਪਾਤ ਨਰਿੰਦ ਮਤਲਬ ਕਿੰਨੇ ਹੀ ਤਖਤ, ਪਾਤ ਮੀਨਸ ਪਾਤਸ਼ਾਹ ਰਾਜੇ, ਤਖਤ ਕਿੰਨੇ ਹੀ ਤਖਤ ਹਨ, ਪਾਤ ਮੀਨਸ ਤਖਤ, ਨਰਿੰਦ ਮੀਨਸ ਕਿੰਨੇ ਹੀ ਉਹਨਾਂ ਉੱਪਰ ਬੈਠਣ ਵਾਲੇ ਰਾਜੇ ਹਨ। ਪਾਤ ਮੀਨਸ ਚੇਅਰ, ਗੱਦੀ ਜਾਂ ਤਖਤ, ਜੇ ਪ੍ਰੈਜ਼ੀਡੈਂਟ ਦੀ ਚੇਅਰ ਹੁੰਦੀ ਹੈ ਨਾ, ਪੁਰਾਣੇ ਜ਼ਮਾਨੇ ਵਿੱਚ ਉਹਨੂੰ ਤਖਤ ਕਹਿੰਦੇ ਸੀ, ਰਾਜੇ ਦਾ ਤਖਤ ਦਾ, ਰਾਜੇ ਦੇ ਬੈਠਣ ਵਾਲੀ ਜਗ੍ਹਾ। ਕਿੰਨੀਆਂ ਹੀ ਰਾਜਿਆਂ ਦੇ ਬੈਠਣ ਵਾਲੀਆਂ ਜਗ੍ਹਾਵਾਂ ਹਨ, ਤਖਤ ਹਨ, ਅਤੇ ਕਿੰਨਾ ਹੀ ਉਹਨਾਂ ਉੱਪਰ ਬੈਠਣ ਵਾਲੇ ਰਾਜੇ ਹਨ। ਸਮਝ ਆ ਗਈ ਨਾ? ਈਜੀ, ਬਹੁਤ ਸੌਖਾ ਅਰਥ ਹੈ। ਪਰ ਹੁਣ ਆਪਾਂ ਇਹ ਸਮਝਣਾ ਵੀ ਖਾਣੀ ਕਿਸ ਨੂੰ ਕਹਿੰਦੇ ਤੇ ਬਾਣੀ ਕਿਸ ਨੂੰ। ਕੇਤੀਆ ਬਾਣੀ ਕਿੰਨੀਆਂ ਹੀ ਬਾਣੀਆਂ ਹਨ। ਹੁਣ ਆਪਾਂ ਇੱਦਾਂ ਨਾ ਸਮਝ ਲਈਏ ਵੀ ਜਿਹੜੀਆਂ ਬਾਣੀਆਂ ਹੁੰਦੀਆਂ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋ ਗਈ, ਗੀਤਾ ਦੀ ਬਾਣੀ ਹੋ ਗਈ, ਕਬੀਰ ਬਾਣੀ ਹੋ ਗਈ, ਹੈ ਨਾ, ਰਵਿਦਾਸ ਬਾਣੀ ਹੋ ਗਈ, ਸੂਰਦਾਸ ਬਾਣੀ ਹੋ ਗਈ। ਇਸ ਤਰ੍ਹਾਂ ਦੀਆਂ ਵੀ ਬਾਣੀਆਂ ਕਈ ਤਰ੍ਹਾਂ ਦੀਆਂ ਹਨ, ਪਰ ਜਿਹੜੀ ਬਾਣੀ ਹੁੰਦੀ ਆ ਉਹ ਸਾਡੇ ਸਰੀਰ ਦੇ, ਇੱਕ ਸਰੀਰ ਦੇ ਵਿੱਚ ਵੀ 4 ਬਾਣੀਆਂ ਹੁੰਦੀਆਂ।
ਉਹਦਾ ਆਪਾਂ ਅੱਗੇ ਗੱਲ ਕਰਦੇ ਹਾਂ। ਪਹਿਲਾ ਸ਼ਬਦ ਆਇਆ ਸੀ ਕੇਤੀਆ ਖਾਣੀ। ਕਿੰਨੇ ਹੀ ਤਰ੍ਹਾਂ ਦੀਆਂ ਖਾਣੀਆਂ ਹਨ। ਖਾਣੀ ਮੀਨਸ, ਖਾਣੀ ਦਾ ਅਰਥ ਗੁਰਬਾਣੀ ਦੇ ਵਿੱਚ ਉਸ ਨੂੰ ਕਿਹਾ ਗਿਆ, ਇੱਥੇ ਖਾਣੀ ਦਾ ਅਰਥ ਹੈ ਕਿ ਜਿਨ੍ਹਾਂ ਚੀਜ਼ ਤੋਂ, ਜਿਸ ਥਾਂ ਤੋਂ, ਜਿਸ ਜਗ੍ਹਾ ਤੋਂ ਜੀਵ ਪੈਦਾ ਹੁੰਦੇ ਆ। 4 ਖਾਣੀਆਂ ਮੰਨੀਆਂ ਗਈਆਂ ਉਂਝ ਸਾਡੀ ਭਾਸ਼ਾ ਦੇ ਵਿੱਚ, ਜਨਰਲ ਨੌਲੇਜ ਦੇ ਵਿੱਚ 4 ਖਾਣੀਆਂ, 4 ਬਾਣੀਆਂ ਲਿਖੀਆਂ ਜਾਂਦੀਆਂ ਵਿਦਵਾਨਾਂ ਵੱਲੋਂ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਕਿੰਨੀਆਂ ਹੀ ਖਾਣੀਆਂ ਹਨ। ਜਿਹੜੀਆਂ 4 ਖਾਣੀਆਂ ਹਨ ਨਾ, ਅੰਡਜ, ਗੁਰਬਾਣੀ 24 ਅੰਡਜ ਜੇਰਜ ਸੇਤਜ ਉਤ ਭੁਜ, 24 ਸਾਹਿਬ ਦੇ ਵਿੱਚ ਆਉਂਦਾ ਅੰਡਜ ਜੇਰਜ ਸੇਤਜ ਉਤ ਭੁਜ। 4 ਖਾਣੀਆਂ ਹਨ, ਅੰਡਜ ਜੇਰਜ ਸੇਤਜ ਉਤ ਭੁਜ। ਅੰਡਜ ਦਾ ਮਤਲਬ ਹੋ ਗਿਆ ਵੀ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜਿਵੇਂ ਮੁਰਗੀ, ਚਿੜੀ, ਹੋਰ ਜੋ ਵੀ ਉੱਡਣ ਵਾਲੇ ਜਾਨਵਰ ਸਾਰੇ ਆਂਡਿਆਂ 'ਚੋਂ ਪੈਦਾ ਹੁੰਦੇ ਆ। ਜੇਰਜ, ਜੇਰਜ ਮੀਨਸ ਪੇਟ ਵਿੱਚੋਂ ਪੈਦਾ ਹੋਣ ਵਾਲੇ ਜੀਵ, ਜਿਵੇਂ ਪਸ਼ੂ, ਮਨੁੱਖ, ਇਹ ਪੇਟ ਦੇ ਵਿੱਚੋਂ ਪੈਦਾ ਹੁੰਦੇ ਆ ਸਿੱਧੇ। ਜੇਰਜ, ਇਹ ਮਾਂ ਦੇ ਪੇਟ ਵਿੱਚ ਇੱਕ ਥੈਲੀ ਹੁੰਦੀ ਆ, ਉਹਦੇ ਵਿੱਚ ਇਹ ਵੱਡੇ ਹੁੰਦੇ ਆ, ਪਲਦੇ ਆ, ਫਿਰ ਜਨਮ ਲੈਂਦੇ ਆ, ਉਹਨੂੰ ਕਹਿੰਦੇ ਜੇਰਜ। ਸੇਤਜ, ਸੇਤਜ ਮੀਨਸ ਗਰਮੈਸ਼, ਮਤਲਬ ਸਟੀਮ ਨਾਲ ਪੈਦਾ ਹੋਣ ਵਾਲੇ ਜੀਵ ਆ, ਜਿਵੇਂ ਮੱਛਰ, ਜੂਆਂ ਜਾਂ ਹੋਰ ਚੀਜ਼ਾਂ ਜਿਹੜੀਆਂ ਸਟੀਮ ਦੇ ਨਾਲ ਪੈਦਾ ਹੋ ਜਾਂਦੀਆਂ ਹਨ, ਭਾਫ ਦੇ ਨਾਲ, ਗਰਮੈਸ਼ ਦੇ ਨਾਲ। ਫਿਰ ਹੋ ਗਈ ਉਤ ਭੁਜ, ਚੌਥੀ ਬਾਣੀ ਖਾਣੀ ਹੋ ਗਈ ਉਤ ਭੁਜ। ਉਤ ਭੁਜ ਮੀਨਸ ਧਰਤੀ ਅੰਦਰ ਪੈਦਾ ਹੋਣ ਵਾਲੇ ਜੀਵ, ਧਰਤੀ ਦੇ ਵਿੱਚ ਪੈਦਾ ਹੁੰਦੇ ਜਿਹੜੇ, ਜਿਵੇਂ ਆਲੂ ਧਰਤੀ ਦੇ ਵਿੱਚ ਪੈਦਾ ਹੁੰਦਾ, ਫਿਰ ਮੂਲੀ ਪੈਦਾ ਹੁੰਦੀ ਧਰਤੀ ਦੇ ਵਿੱਚ, ਗਾਜਰ ਵੀ ਧਰਤੀ ਦੇ ਵਿੱਚ ਪੈਦਾ ਹੁੰਦੀ ਹੈ, ਮੂੰਗਫਲੀ ਵੀ ਧਰਤੀ ਦੇ ਵਿੱਚ ਪੈਦਾ ਹੁੰਦੀ ਹੈ। ਇਸ ਤਰ੍ਹਾਂ ਦੇ ਨਾਲ ਇਹ 4 ਖਾਣੀਆਂ। ਖਾਣੀ ਮੀਨਸ ਜੀਵਾਂ ਦੇ ਪੈਦਾ ਹੋਣ ਦੀ ਥਾਂ ਜਾਂ ਤਰੀਕਾ ਕਹਿ ਲਓ। ਫਿਰ ਆਉਂਦਾ ਅੱਗੇ ਕੇਤੀਆ ਬਾਣੀ। ਕਿੰਨੇ ਹੀ ਤਰ੍ਹਾਂ ਦੀਆਂ ਬਾਣੀਆਂ ਹਨ। ਉਂਝ ਵਿਦਵਾਨ ਪੁਰਸ਼ਾਂ ਨੇ 4 ਤਰ੍ਹਾਂ ਦੀ ਬਾਣੀਆਂ ਮੰਨੀਆਂ ਹਨ, 4 ਬਾਣੀਆਂ ਮੰਨੀਆਂ, ਪਰਾ, ਪਸ਼ਾਂਤੀ, ਮਧਮਾ, ਬੈਖਰੀ। ਇਹ 4 ਬਾਣੀਆਂ ਹਨ, ਪਰਾ, ਪਸ਼ਾਂਤੀ, ਮਧਮਾ, ਬੈਖਰ। 4 ਬਾਣੀਆਂ ਵੇਦਾਂ ਦੇ ਸ਼ਾਸਤਰਾਂ ਵਿੱਚ ਵੀ ਲਿਖੀਆਂ, ਵਿਦਵਾਨਾਂ ਨੇ 4 ਬਾਣੀਆਂ ਮੰਨੀਆਂ। ਪਰਾ ਮੀਨਸ ਨਾਭੀ, ਨਾਭੀ ਮੀਨਸ ਧੁਨੀ ਦੀ ਆਵਾਜ਼। ਫਿਰ ਪਸ਼ਾਂਤੀ, ਪਸ਼ਾਂਤੀ ਮੀਨਸ ਹਿਰਦੇ ਦੀ ਆਵਾਜ਼, ਦਿਲ ਦੀ ਆਵਾਜ਼। ਮਧਮਾ, ਮਧਮਾ ਮੀਨਸ ਕੰਠ ਭਾਵ ਗਲੇ ਦੀ ਆਵਾਜ਼, ਟਰੋਥ, ਗਲੇ ਦੀ ਆਵਾਜ਼। ਬੈਖਰੀ, ਬੈਖਰੀ ਮੀਨਸ ਮੂੰਹ ਦੀ ਆਵਾਜ਼। ਇਸ ਤਰ੍ਹਾਂ ਜਿਵੇਂ ਅਸੀਂ ਜਦੋਂ ਕੋਈ ਵੀ ਵਰਡ ਬੋਲਦੇ ਹਾਂ ਤਾਂ ਸਭ ਤੋਂ ਪਹਿਲਾਂ ਉਹ ਹਵਾ ਜਿਹੜੀ ਹੈਗੀ ਆ ਉਹ ਸਾਡੇ ਪੇਟ ਦੇ ਵਿੱਚ ਵਿਚਾਰ ਬਣਦਾ, ਉਹ ਪੇਟ ਦੇ ਵਿੱਚੋਂ ਧੁੰਨੀ ਦੇ ਕੋਲੋਂ ਫਿਰ ਉਹ ਸਾਡੇ ਹਿਰਦੇ ਦੇ ਵਿੱਚ ਆਉਂਦਾ, ਉਹਦੀ ਸਾਊਂਡ ਬਣਦੀ ਹੈ। ਫਿਰ ਸਾਡੇ ਹਿਰਦੇ ਵਿੱਚ ਆ ਕੇ ਜੋ ਗੱਲ ਅਸੀਂ ਬੋਲਣਾ ਚਾਹੁੰਦੇ ਪਹਿਲਾਂ ਪੇਟ ਤੋਂ ਸਟਾਰਟ ਹੁੰਦੀ ਹੈ, ਫਿਰ ਸਾਡੇ ਹਾਰਟ ਤੱਕ ਆਉਂਦੀ ਹੈ। ਹਾਰਟ ਵਿੱਚ ਆ ਕੇ, ਜਿਹਨੂੰ ਹਿਰਦਾ ਕਹਿੰਦੇ, ਉੱਥੇ ਇੱਕ ਸਾਊਂਡ ਬਣਦੀ ਹੈ ਉਹਦੀ। ਜਦੋਂ ਉਹ ਸਾਊਂਡ ਬਾਹਰ ਨਿਕਲਣ ਨੂੰ ਕਰਦੀ ਹੈ ਤੇ ਸਾਡੇ ਗਲੇ ਦੇ ਵਿੱਚ, ਨੈਕ, ਜਦੋਂ ਨੈਕ ਦੇ ਵਿੱਚ ਆਉਂਦੀ ਆ ਉਹ ਸਾਊਂਡ, ਤਾਂ ਫਿਰ ਉਹ ਕੰਠ ਭਾਵ ਗਲੇ ਦੀ ਆਵਾਜ਼ ਬਣ ਜਾਂਦੀ। ਉਹਦੀ ਜਿਹੜੀ ਸਾਊਂਡ ਹੈਗੀ ਆ ਥੰਡਰ ਹੈ, ਉਹ ਥੰਡਰ ਹੋ ਜਾਂਦੀ, ਗੂੰਜਦੀ ਆ। ਫਿਰ ਉਹ ਜਦੋਂ ਆਵਾਜ਼ ਗੂੰਜ ਕੇ ਥੰਡਰ ਹੋ ਕੇ ਸਾਡੇ ਮੂੰਹ ਵਿੱਚ ਆਉਂਦੀ ਹੈ, ਬੈਖਰੀ। ਬੈਖਰੀ ਮੀਨਸ ਮੂੰਹ, ਮੂੰਹ ਵਿੱਚ ਆ ਕੇ ਉਹ ਸਾਊਂਡ, ਧੁਨੀ ਜੋ ਹੈ ਉਹ ਸ਼ਬਦ ਬਣ ਜਾਂਦੀ ਹੈ। ਇਸ ਤਰ੍ਹਾਂ ਸਾਡੀਆਂ ਜਿਹੜੀਆਂ ਬਾਣੀਆਂ ਮੀਨਸ ਬੋਲਣਾ, ਬਾਣੀ ਮੀਨਸ ਬੋਲਣਾ। ਸੋ ਇਹ ਇਸ ਤਰ੍ਹਾਂ ਇੱਕ ਸ਼ਬਦ ਬਣਦਾ। ਸਾਡੀ ਬੋਡੀ ਕਿੰਨੀ ਤੇਜ਼ੀ ਦੇ ਨਾਲ ਇਹ ਪ੍ਰੋਸੈਸ ਕਰਦੀ ਹੈ, ਕਿੰਨੀ ਤੇਜ਼ੀ ਨਾਲ ਅੰਦਰੋਂ ਧੁਨ ਆਉਂਦੀ, ਹਿਰਦੇ ਵਿੱਚ ਆਉਂਦੀ, ਹਿਰਦੇ 'ਚ ਗੂੰਜ ਬਣਦੀ ਹੈ, ਫਿਰ ਥੰਡਰ ਹੁੰਦਾ, ਫਿਰ ਸ਼ਬਦ ਬਣਦਾ। ਪਰਾ, ਪਸ਼ਾਂਤੀ, ਮਧਮਾ, ਬੈਖਰੀ। ਪਰਾ ਧੁਨੀ, ਨਾਭੀ, ਮਤਲਬ ਸਾਡੀ ਬੋਡੀ ਦਾ ਸੈਂਟਰ ਹੈ ਜੋ। ਪਸ਼ਾਂਤੀ ਮੀਨਸ ਆਵਾਜ਼, ਧੁਨ, ਦਿਲ ਦੀ ਆਵਾਜ਼।
ਮਧਮਾ ਮੀਨਸ ਸਾਡੇ ਗਲੇ ਦੀ ਆਵਾਜ਼ ਹੈ, ਬੈਖਰੀ ਮੀਨਸ ਸਾਡੇ ਮੂੰਹ ਦੀ ਆਵਾਜ਼ ਹੈ। ਇਸ ਤਰ੍ਹਾਂ ਦੇ ਨਾਲ ਨੋਰਮਲ ਨੌਲੇਜ ਵਾਸਤੇ ਇਹ ਇਸ ਤਰ੍ਹਾਂ ਦੀ ਗਿਣਤੀ ਕੀਤੀ ਜਾਂਦੀ ਹੈ। ਪਰ ਜਿਹੜੇ ਬ੍ਰਹਮ ਗਿਆਨੀ ਹਨ, ਨਾਮ ਭਗਤੀ ਵਾਲੇ ਹਨ, ਵਿਦਵਾਨ ਹਨ, ਭਜਨ ਬੰਦਗੀ ਵਾਲੇ ਪੁਰਸ਼ ਹੈ, ਉਹ ਇਹਦੀ ਉਲਟੀ ਗਿਣਤੀ ਕਰਦੇ ਆ। ਨੋਰਮਲ ਦੇ ਵਿੱਚ ਪਰਾ, ਪ੍ਰਸ਼ਾਂਤੀ, ਮਧਮਾ, ਬੈਖਰੀ ਗਿਣਤੀ ਕੀਤੀ ਜਾਂਦੀ ਹੈ, ਪਰ ਭਜਨੀਕ ਪੁਰਸ਼ ਨਾਮ ਜਪਣ ਵਾਲੇ ਇਸ ਦੀ ਉਲਟਾ ਗਿਣਤੀ ਕਰਦੇ। ਉਹ ਬੈਖਰੀ ਤੋਂ ਸਟਾਰਟ ਕਰਦੇ ਆ, ਬੈਖਰੀ, ਮਧਮਾ, ਪ੍ਰਸ਼ਾਂਤੀ, ਪਰਾ, ਉਹ ਇਸ ਤਰ੍ਹਾਂ ਦੇ ਨਾਲ ਸਟਾਰਟ ਕਰਦੇ। ਉਹਨਾਂ ਦਾ ਇਹ ਮੰਨਣਾ, ਉਹ ਕਹਿੰਦੇ ਆ ਵੀ ਬੈਖਰੀ ਮਤਲਬ ਮੂੰਹ ਰਾਹੀਂ ਉਚਾਰਨ ਕੀਤਾ ਹੋਇਆ ਸਿਮਰਨ। ਮਧਮਾ ਮੀਨਸ ਫਿਰ ਉਹ ਜਿਹੜਾ ਮੂੰਹ ਰਾਹੀਂ ਅਸੀਂ ਬੋਲਦੇ ਹਾਂ, ਫਿਰ ਉਹ ਸਾਡੇ ਕੰਠ ਮੀਨਸ ਗਲੇ ਦੇ ਵਿੱਚ ਜਾ ਕੇ ਇੱਕ ਸਾਊਂਡ ਬਣ ਜਾਂਦਾ ਹੈ। ਠੀਕ ਹੈ। ਪਸ਼ੰਤੀ ਤੀਜੀ ਨੰਬਰ ਤੇ ਕਹਿੰਦੇ ਪਸ਼ੰਤੀ ਮੀਨਸ ਫਿਰ ਉਹ ਕੰਠ ਵਾਲੀ, ਗਲੇ ਵਾਲੀ ਜਿਹੜੀ ਸਾਊਂਡ ਹੈ, ਧੁਨੀ ਹੈ, ਉਹ ਹਿਰਦੇ ਦੇ ਨਾਲ ਜਾ ਕੇ ਨਾਮ ਦਾ ਰਸ ਬਣਾਉਂਦੀ ਹੈ। ਹਿਰਦੇ ਦੇ ਵਿੱਚ ਜਾ ਕੇ ਨਾਮ ਦਾ ਰਸ ਬਣਾਉਂਦੀ ਹੈ। ਸਟੈਪ 4 ਪਰਾ। ਫਿਰ ਉਹ ਜਿਹੜਾ ਨਾਮ ਦਾ ਰਸ ਹੁੰਦਾ ਨਾ, ਉਹ ਹਿਰਦੇ ਦਾ ਰਸ ਜਦ ਨਾਭੀ ਵਿੱਚ ਚੋਂਦਾ ਹੈ, ਜਾ ਕੇ ਡ੍ਰੌਪ ਕਰਦਾ ਹੈ। ਜਦੋਂ ਹਿਰਦੇ ਵਿੱਚ ਗਿਆ ਹੋਇਆ ਨਾਮ ਦਾ ਰਸ ਬਣਦਾ ਹੈ, ਜਦੋਂ ਨਾਮ ਦਾ ਰਸ ਸਾਡੀ ਧੁਨੀ ਦੇ ਵਿੱਚ ਜਾ ਕੇ ਡ੍ਰੌਪ ਕਰਦਾ, ਚੋਂਦਾ ਮੀਨਸ ਡ੍ਰੌਪ ਹੁੰਦਾ ਹੈ, ਭਾਵ ਟਪਕਦਾ ਹੈ, ਤਾਂ ਅਨਹਦੀ ਨਾਦ ਦੀ ਗੂੰਜ ਬਣਦੀ ਹੈ, ਜਿਹਨੂੰ ਅਸੀਂ ਕਹਿੰਦੇ ਅਨਹਦੀ ਨਾਦ ਆ, ਜੋ ਬਾਅਦ ਵਿੱਚ ਸਾਡੀ ਸੁਰਤ ਵਿੱਚ ਆ ਕੇ ਗੂੰਜਦਾ ਹੈ ਅਤੇ ਸਾਡੇ ਕੰਨਾਂ ਨੂੰ ਸੁਣਾਈ ਦਿੰਦਾ ਹੈ। ਪਰਾ ਉਹ ਵਿਦਿਆ ਹੈ ਜੋ ਸਾਨੂੰ ਸਭ ਤੋਂ ਪਰੇ ਦਾ ਗਿਆਨ ਕਰਾਉਂਦੀ ਹੈ। ਪਰਾ ਲਾਸਟ ਵਾਲਾ ਅਵਸਥਾ ਹੈ, ਜਿੱਥੇ ਸਾਨੂੰ ਜਾ ਕੇ ਬ੍ਰਹਮ ਦਾ ਗਿਆਨ ਹੋ ਜਾਂਦਾ। ਇਸ ਤਰ੍ਹਾਂ ਨਾਮ ਸਿਮਰਨ ਵਾਲੇ ਅਸੀਂ ਕਹਿ ਦਿੰਦੇ ਜੀ ਸਾਨੂੰ ਅਨਹਦੀ ਨਾਦ ਸੁਣਨ ਲੱਗ ਗਿਆ। ਅਨਹਦੀ ਨਾਦ ਦਾ ਗਿਆਨ ਦੇਣਾ, ਅਸੀਂ ਤੁਹਾਨੂੰ ਅਨਹਦੀ ਨਾਦ ਦਾ ਗਿਆਨ ਦੇਵਾਂਗੇ। ਕਿਤਾਬਾਂ ਪੜ੍ਹਨ ਦੇ ਨਾਲ ਅਨਹਦੀ ਨਾਦ ਦਾ ਗਿਆਨ ਨਹੀਂ ਹੁੰਦਾ। ਅਨਹਦੀ ਨਾਦ ਸੁਣਨ ਵਾਸਤੇ ਪ੍ਰੈਕਟਿਸ ਕਰਨੀ ਪਊਗੀ, ਸਟੱਡੀ ਕਰਨੀ ਪਊਗੀ, ਭਗਤੀ ਕਰਨੀ ਪਊਗੀ। ਮੂੰਹ ਨਾਲ ਸਿਮਰਨ ਕਰਾਂਗੇ। ਜਿਹੜਾ ਸਿਮਰਨ ਅਸੀਂ ਮੂੰਹ ਦੇ ਨਾਲ ਕਰਦੇ ਹਾਂ, ਉਹ ਸਾਡੇ ਗਲੇ ਦੇ ਵਿੱਚ ਜਾ ਕੇ ਇੱਕ ਸਵੀਟ ਸਾਊਂਡ ਬਣਦਾ ਹੈ। ਉਹ ਜਿਹੜੀ ਸਵੀਟ ਸਾਊਂਡ ਹੈਗੀ ਆ, ਉਹ ਸਾਡੇ ਹਿਰਦੇ ਵਿੱਚ ਜਾਂਦੀ ਹੈ। ਉਹ ਸ਼ਰਧਾ ਦੇ ਨਾਲ ਜਪਿਆ ਹੋਇਆ ਨਾਮ ਤੇ ਨਾਮ ਦੀ ਮਿੱਠੀ ਧੁਨੀ ਸਾਊਂਡ ਜੋ ਹੈ, ਉਹ ਸਾਡੇ ਹਿਰਦੇ ਵਿੱਚ ਜਾ ਕੇ ਰਸ ਬਣਦੀ ਹੈ, ਲਿਕੁਇਡ ਬਣਦੀ ਹੈ। ਉਹ ਲਿਕੁਇਡ ਸਾਡੇ ਹਿਰਦੇ ਵਿੱਚੋਂ ਹੁੰਦਾ ਹੋਇਆ ਪਾਸ ਹੋ ਕੇ ਫਿਰ ਸਾਡੀ ਧੁਨੀ ਦੇ ਉੱਪਰ ਸੈਂਟਰ ਦੇ ਵਿੱਚ ਜਾ ਕੇ ਜਦੋਂ ਡ੍ਰੌਪ ਹੁੰਦਾ, ਟਪਕਦਾ ਹੈ, ਤਾਂ ਫਿਰ ਇੱਕ ਸਾਊਂਡ ਨਿਕਲਦੀ ਹੈ। ਅਨਹਦੀ ਨਾਦ ਉਹਨੂੰ ਕਹਿੰਦੇ ਆ। ਉਹ ਆਵਾਜ਼ ਜਿਹੜੀ ਹੁੰਦੀ ਹੈ, ਗੂੰਜਦੀ ਹੈ ਜਦੋਂ, ਜਿਵੇਂ ਕਿਸੇ ਆਪਨੇ ਦੇਖਿਆ ਖੂਹ ਦੇ ਵਿੱਚ ਪਾਣੀ ਟਿਪ 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 ਕਿੰਨੀ ਸਾਊਂਡ ਦਿੰਦਾ ਹੈ। ਜੋ ਟਿਪ ਉਂਝ ਨੋਰਮਲੀ ਟਿਪ ਟਿਪ ਕਰਦਾ ਪਾਣੀ ਧਰਤੀ ਤੇ, ਉਹਦੀ ਆਵਾਜ਼ ਡਿਫਰੈਂਟ ਹੋਊਗੀ। ਜਦੋਂ ਕਿਸੇ ਡੂੰਘੀ ਥਾਂ ਤੇ ਜਾ ਕੇ ਡ੍ਰੌਪ ਡਿੱਗਦੇ ਪਾਣੀ ਦੇ, ਉਹਦੀ ਆਵਾਜ਼, ਉਹਦੀ ਸਾਊਂਡ, ਉਹਦੀ ਗੂੰਜ ਡਿਫਰੈਂਟ ਹੁੰਦੀ ਹੈ। ਸੋ ਉਹ ਉਸ ਟਾਈਪ ਦੀ, ਜਾਂ ਕਹਿ ਲਓ ਉਸ ਤਰ੍ਹਾਂ ਦੀ, ਉਹ ਜੋ ਡ੍ਰੌਪ ਨਾਮ ਦਾ ਰਸ ਡਿੱਗਦਾ ਸਾਡੀ ਧੁਨੀ ਤੇ ਜਾ ਕੇ, ਨਾਭੀ ਦੇ ਉੱਪਰ ਜਾ ਕੇ ਅੰਦਰ, ਉਹਨੂੰ ਅਨਹਦੀ ਨਾਦ ਕਹਿੰਦੇ ਆ। ਗੁਰੂ ਜੀ ਕਹਿੰਦੇ ਹਨ ਕਿ ਕਿੰਨੀਆਂ ਹੀ ਖਾਣੀਆਂ ਹਨ ਵਿਦਿਆ ਦੀ ਖਾਣ। ਹੁਣ ਜਿਹੜੀਆਂ ਆਪਾਂ ਖਾਣੀਆਂ ਪਹਿਲਾਂ ਗਿਣੀਆਂ ਸੀ ਨਾ, ਵੀ ਅੰਡਨਜੇਰ ਸੇਤ ਜੁਦ ਪੁਜ ਚਾਰ, ਉਂਝ ਤਾਂ 4 ਹੀ ਖਾਣੀਆਂ ਗਿਣੀਆਂ ਜਾਂਦੀਆਂ ਨਾ, ਪਰ ਇਸ ਪੰਕਤੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੋਰ ਕਿੰਨੀਆਂ ਹੀ ਖਾਣੀਆਂ ਹਨ। ਅੰਡਨਜੇਰ ਸੇਤ ਜੁਦ ਪੁਜ ਤੋਂ ਬਿਨਾਂ ਵੀ ਕਿੰਨੀਆਂ ਖਾਣੀਆਂ ਹਨ। ਜਿਵੇਂ ਵਿਦਿਆ ਦੀ ਖਾਣ, ਵਿਦਿਆ ਦੀ ਖਾਣ ਮਤਲਬ ਸਟੱਡੀ, ਨੌਲੇਜ, ਗਿਆਨ, ਕਿੰਨੀਆਂ ਹੀ ਖਾਣ ਮੀਨਸ ਸੈਂਟਰ, ਖਜ਼ਾਨੇ, ਜਿਵੇਂ ਯੂਨੀਵਰਸਿਟੀਜ਼, ਕਾਲਜ, ਹੋਰ ਟਕਸਾਲਾਂ ਹਨ ਗੁਰਬਾਣੀ ਸਿਖਾਉਣ ਵਾਲੀਆਂ, ਪੰਜਾਬੀ ਸਿਖਾਉਣ ਵਾਲੀਆਂ, ਸਕੂਲ ਹਨ, ਹੈ ਨਾ। ਇਹਨੂੰ ਵੀ ਖਾਣ ਕਹਿੰਦੇ। ਖਾਣ ਮੀਨਸ ਖਜ਼ਾਨੇ, ਵਿਦਿਆ ਦੇ ਖਜ਼ਾਨੇ ਕਿੰਨੇ ਆ।
ਦਮਦਮੀ ਟਕਸਾਲ ਹੋ ਗਈ, ਹੋਰ ਟਕਸਾਲਾਂ ਹੋ ਗਈਆਂ, ਹੋਰ ਸੰਪਰਦਾਵਾਂ ਹੋ ਗਈਆਂ, ਸਕੂਲ ਹੋ ਗਏ, ਕਾਲਜ ਹੋ ਗਏ, ਯੂਨੀਵਰਸਿਟੀਜ਼ ਹੋ ਗਈਆਂ, ਅਕੈਡਮੀਜ਼ ਹੋ ਗਈਆਂ, ਕਿੰਨਾ ਕੁਛ ਹੈ। ਕਿੰਨੀਆਂ ਹੀ ਵਿੱਦਿਆ ਦੀਆਂ ਖਾਣਾਂ ਹਨ। ਉਪਾਧੀਆਂ ਦੀਆਂ ਵੀ ਕਿੰਨੀਆਂ ਹੀ ਖਾਣਾਂ ਹਨ। ਉਪਾਧੀਆਂ ਮੀਨਸ ਗਲਤੀਆਂ, ਅਪਰਾਧ, ਆਦਤਾਂ, ਬੁਰੀਆਂ ਆਦਤਾਂ ਦੇ ਖਜ਼ਾਨੇ ਕਿੰਨੇ ਹਨ। ਠੇਕੇ ਹਨ, ਸ਼ਰਾਬਾਂ ਹਨ, ਹੋਰ ਕਿੰਨੀਆਂ ਕਿੰਨੀਆਂ ਚੀਜ਼ਾਂ, ਕਿੱਥੇ ਕਿੱਥੇ ਸੈਂਟਰ ਬਣੇ ਹੋਏ ਇਹਨਾਂ ਦੇ। ਉਪਾਧੀਆਂ ਦੇ ਵੀ ਸੈਂਟਰ ਹੀ ਹੁੰਦੇ ਆ। ਪੁੱਠੀ ਪੁੱਠੀ ਮੱਤ ਦਿੱਤੀ ਜਾਂਦੀ ਜਿੱਥੇ। ਸਾਡੇ ਧਰਮ ਦੇ ਵਿੱਚ ਵੀ ਇਹੋ ਜਿਹੇ ਬਹੁਤ ਉਪਾਧੀਆਂ ਦੀਆਂ ਖਾਣਾਂ ਹਨ ਜਿੱਥੇ ਪੁੱਠਾ ਪੁੱਠਾ ਹੀ ਪੜ੍ਹਾਇਆ ਜਾਂਦਾ, ਸਿੱਧਾ ਨਹੀਂ ਪੜ੍ਹਾਇਆ ਜਾਂਦਾ। ਹੋਰ ਬੁਰੀਆਂ ਸੰਗਤਾਂ ਕਿੰਨੀਆਂ ਹਨ, ਉਹ ਵੀ ਉਪਾਧੀਆਂ ਸਿਖਾਉਂਦੀਆਂ ਹਨ। ਕੋਇਲੇ ਦੀ ਖਾਣ, ਕਿੰਨੀਆਂ ਹੀ ਕੋਲੇ ਦੀਆਂ ਖਾਣਾਂ ਹਨ, ਕੋਲੇ ਦੇ ਖਜ਼ਾਨੇ ਹਨ। ਪਹਾੜਾਂ ਦੇ ਵਿੱਚ ਬਣੇ ਹੋਏ ਕਾਲੇ ਕਾਲੇ ਪੱਥਰ, ਕੋਲੇ ਬਣਦੇ ਆ। ਸੋਨੇ ਦੀ ਖਾਣ, ਕਿੰਨੀਆਂ ਹੀ ਸੋਨੇ ਦੀਆਂ ਖਾਣਾਂ, ਕਿੰਨੀਆਂ ਥਾਵਾਂ ਤੋਂ ਸੋਨਾ ਨਿਕਲਦਾ, ਉਹ ਵੀ ਖਾਣ ਮਤਲਬ ਖਜ਼ਾਨਾ ਜਾਂ ਸਟੋਰ। ਤੇ ਸੰਗਮਰਮਰ ਦੀ ਖਾਣ, ਮਾਰਬਲ ਜਿਹਨੂੰ ਕਹਿੰਦੇ ਆਪਾਂ, ਮਾਰਬਲ ਦੀ ਵੀ ਖਾਣ ਹੁੰਦੀ ਰਾਜਸਥਾਨ ਦੇ ਵਿੱਚ। ਜਦੋਂ ਅਸੀਂ ਜਾਂਦੇ ਹਾਂ ਤਾਂ ਉੱਥੇ ਕਿੰਨੀਆਂ ਹੀ ਪੱਥਰ ਧਰਤੀ 'ਚੋਂ ਨਿਕਲਦਾ, ਮਾਰਬਲ ਧਰਤੀ 'ਚ ਨਿਕਲਦਾ, ਉਹ ਵੀ ਖਾਣਾ ਹਨ, ਉਹ ਵੀ ਖਾਣੀ ਆ। ਹੋਰ ਕਿੰਨੀਆਂ ਹੀ ਖਾਣਾ ਹਨ। ਗੁਰੂ ਨਾਨਕ ਦੇਵ ਜੀ ਕਹਿੰਦੇ 4 ਖਾਣੀਆਂ ਨਹੀਂ, ਕਿੰਨੀਆਂ ਹੀ ਕੇਤੀਆ ਖਾਣੀ, ਕਿੰਨੀਆਂ ਹੀ ਖਾਣਾ ਹਨ। ਫਿਰ ਗੁਰੂ ਸਾਹਿਬ ਕਹਿੰਦੇ ਕਿੰਨੀ ਕੇਤੀਆ ਬਾਣੀ, ਕਿੰਨੀਆਂ ਹੀ ਬਾਣੀਆਂ ਹਨ। ਅਸੀਂ ਜਿਵੇਂ ਪਰਾ ਪ੍ਰਸ਼ੰਤੀ ਮਧਮਾ ਬੈਖਰੀ ਦੀ ਗਿਣਤੀ ਕੀਤੀ 4, ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿੰਨੀਆਂ ਹੀ ਬਾਣੀਆਂ ਹਨ। ਜਿਵੇਂ ਵੇਦਾਂ ਦੀ ਬਾਣੀ ਹੋ ਗਈ, ਧੁਰਕੀ ਬਾਣੀ, ਵੇਦਾਂ ਦੀ ਬਾਣੀ ਹੋ ਗਈ, ਧੁਰਕੀ ਬਾਣੀ ਹੋ ਗਈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਹੋ ਗਏ, ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਇਹ ਧੁਰਕੀ ਬਾਣੀ ਹੈ। ਬੈਖਰੀ ਬਾਣੀ ਹੋ ਗਈ, ਮੂੰਹ ਨਾਲ ਕਿੰਨੇ ਹੀ ਲੋਕ ਬੋਲੀ ਜਾਂਦੇ, ਮੂੰਹ ਦੇ ਨਾਲ ਸਾਰੇ ਲੋਕ ਮੂੰਹ ਨਾਲ ਹੀ ਬੋਲਦੇ ਆ। ਕੋਈ ਮਾੜਾ ਬੋਲੀ ਜਾਂਦੇ, ਉਹ ਚੰਗੀ ਬਾਣੀ ਹੋ ਗਈ, ਮਾੜੀ ਬਾਣੀ ਹੋ ਗਈ। ਕੋਈ ਚੰਗਾ ਬੋਲਦੇ, ਚੰਗੀ ਬਾਣੀ ਹੋ ਗਈ। ਕਈ ਗੀਤ ਗਾਉਂਦੇ ਆ, ਮੂੰਹ ਨਾਲ ਬੋਲਣਾ, ਇਹ ਵੀ ਬਾਣੀ ਆ। ਰੋਮਾਂ ਦੀ ਵੀ ਬਾਣੀ, ਰੋਮਾਂ ਦੀ ਬਾਣੀ ਮਤਲਬ ਸਾਡੇ ਜਿਹੜੇ ਵਾਲ ਆ ਸਾਡੇ ਬੋਡੀ ਦੇ, ਇਹ ਵੀ ਬੋਲਦੇ ਆ। ਪ੍ਰਤੱਖ ਤੌਰ ਤੇ ਆਪਾਂ ਮਤਲਬ ਸੁਣਿਆ ਵੀ ਸੰਤ ਕਰਤਾਰ ਸਿੰਘ ਜੀ ਦਾ ਐਕਸੀਡੈਂਟ ਹੋ ਗਿਆ, ਸਟੈਥੋਸਕੋਪ ਲਗਾਇਆ ਡਾਕਟਰਾਂ ਨੇ, ਉਹਨਾਂ ਦੇ ਵਾਲਾਂ ਦੇ ਵਿੱਚੋਂ ਆਵਾਜ਼ ਆਈ ਜਾਂਦੀ ਸੀ, ਵਾਹਿਗੁਰੂ ਵਾਹਿਗੁਰੂ। ਸੰਤ ਬਾਬਾ ਕੁੰਦਨ ਸਿੰਘ ਜੀ ਦਾ ਐਕਸੀਡੈਂਟ ਹੋਇਆ, ਉਹਨਾਂ ਦੇ ਸਟੈਥੋਸਕੋਪ ਲਾਇਆ ਜਦੋਂ ਡਾਕਟਰਾਂ ਨੇ, ਉਹਨਾਂ ਦੇ ਰੋਮ ਵੀ ਆਵਾਜ਼ ਦਿੰਦੇ ਸੀ, ਵਾਹਿਗੁਰੂ ਵਾਹਿਗੁਰੂ। ਹੋਰ ਕਿੰਨੇ ਸੰਤ ਮਹਾਂਪੁਰਖ ਹੋਏ ਹਨ ਜਿਨ੍ਹਾਂ ਦਾ ਨਾਮ ਨਹੀਂ ਯਾਦ ਆਪਾਂ ਨੂੰ, ਪਰ ਉਹਨਾਂ ਦੇ ਵੀ ਰੋਮ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਸੀਗੀ। ਸੋ ਇਸ ਤਰ੍ਹਾਂ ਮੈਂ ਵੀ ਇੱਥੇ ਮਲੇਸ਼ੀਆ ਵਿੱਚ ਮਿਲਿਆ ਹੈ ਅਵਸਥਾ ਵਾਲੇ ਗੁਰਮਾ ਪਿਆਰਿਆਂ ਨੂੰ, ਤੇ ਮੇਰੇ ਮਨ ਦੇ ਵਿੱਚ ਵੀ ਇੱਕ ਦਿਨ ਵਿਚਾਰ ਆ ਗਈ ਸੀ ਵੀ ਪਹਿਲਾਂ ਜਦੋਂ ਇੱਥੇ ਮਲੇਸ਼ੀਆ ਆਉਣ ਤੋਂ ਪਹਿਲਾਂ ਤੁਰਦੇ ਰਹੇ ਦੱਸੀ, ਕਦੇ ਇੰਗਲੈਂਡ, ਕਦੇ ਕੈਨੇਡਾ, ਹਾਂਗਕਾਂਗ ਜ਼ਿਆਦਾ ਰਿਹਾ ਮੈਂ, ਤਾਂ ਨਾਮ ਜਪਣ ਵਾਲੇ ਗੁਰਮੁਖਾਂ ਦੀ ਸੰਗਤ ਹੁੰਦੀ ਰਹਿੰਦੀ ਸੀ। ਕੈਨੇਡਾ ਗਿਆ ਸੀ ਜਦੋਂ ਮੈਂ, ਕੈਲਗਰੀ ਦੇ ਵਿੱਚ, ਉੱਥੇ ਭਾਈ ਬਚਿੱਤਰ ਸਿੰਘ ਵੀਰ ਜੀ ਮਿਲੇ ਜਾਂ ਹੋਰ ਗੁਰਮੁਖ ਪਿਆਰੇ ਮਿਲੇ, ਉਹਨਾਂ ਦੀ ਸੰਗਤ ਕੀਤੀ, ਨਾਮ ਰਸੀਆਂ ਦੀ, ਉਹਨਾਂ ਦੇ ਜੀਵਨ ਨੂੰ ਬੜਾ ਉੱਚਾ ਦੇਖਿਆ। ਤਾਂ ਇੱਥੇ ਇੱਕ ਦਿਨ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਸੱਚੇ ਪਾਤਸ਼ਾਹ ਬੜੀ ਸਾਲ ਹੋ ਗਏ ਹੁਣ ਤਾਂ ਗੁਰਮੁਖਾਂ ਦੇ ਦਰਸ਼ਨ ਨਹੀਂ ਹੋਏ, 6 ਸਾਲ ਹੋ ਗਏ ਇੱਥੇ ਬੈਠਿਆਂ ਨੂੰ। ਤਾਂ ਫਿਰ ਮੇਰੇ ਨਾਲ ਵੀ ਇੱਕ ਮਿਰਾਕਲ ਹੋਇਆ ਸੀਗਾ ਵੀ ਮੈਨੂੰ ਅਚਾਨਕ ਕਿਸੇ ਗੁਰਮੁਖ ਦਾ ਫੋਨ ਆਇਆ, ਕਹਿੰਦੇ ਜੀ ਤੁਸੀਂ ਫਲਾਣਾ ਸਿੰਘ ਬੋਲਦੇ? ਮੈਂ ਕਿਹਾ ਹਾਂਜੀ। ਕਹਿੰਦੇ ਜੀ ਤੁਹਾਨੂੰ ਮਿਲਣਾ, ਤੇ ਸਾਨੂੰ ਬਚਿੱਤਰ ਵੀਰ ਜੀਆਂ ਦਾ ਫੋਨ ਆਇਆ ਸੀ, ਉਹਨਾਂ ਨੇ ਤੁਹਾਡਾ ਨੰਬਰ ਦਿੱਤਾ, ਤੁਸੀਂ ਮਿਲ ਲਓ। ਫਿਲਹਾਲ ਕਿ ਮੈਨੂੰ ਬਚਿੱਤਰ ਵੀਰ ਜੀਆਂ ਨੂੰ ਮਿਲਿਆ ਵੀ 10 ਸਾਲ ਹੋ ਗਏ, 10 ਦੇ ਵਿੱਚ ਮਿਲਿਆ ਸੀ ਮੈਂ ਉਹਨਾਂ ਨੂੰ ਕੈਲਗਰੀ। ਉਸ ਤੋਂ ਬਾਅਦ ਫੋਨ ਤੇ ਗੱਲਬਾਤ ਹੁੰਦੀ ਰਹੀ, ਥੋੜੇ ਸਾਲ ਬਾਅਦ 'ਚ ਉਹ ਵੀ ਬੰਦ ਹੋ ਗਈ ਸੀ, ਸਾਡੀ ਕੋਈ ਗੱਲ ਨਹੀਂ ਹੋਏਗੀ। ਫਿਰ ਵੀ ਕਹਿੰਦੇ ਸਾਨੂੰ ਉਹਨਾਂ ਨੇ, ਫਿਰ ਮੈਂ ਉਹਨਾਂ ਦੇ ਕੋਲੇ ਗਿਆ, ਉਹਨਾਂ ਨੇ ਮੈਨੂੰ ਬੁਲਾਇਆ ਉਹਦੇ ਕੋਲੇ, ਫਿਰ ਉਹਨਾਂ ਨੇ ਚੁੱਪ ਕਰਕੇ ਬੈਠੇ, ਕਹਿੰਦੇ ਬਚਿੱਤਰ ਵੀਰ ਜੀ ਨਾਲ ਗੱਲ ਕਰਨੀ। ਮੈਂ ਕਿਹਾ ਹਾਂਜੀ ਕਰਾ ਦਿਓ। ਤਾਂ ਉਹਨਾਂ ਨੇ ਮੈਂ ਨਹੀਂ ਸੋਚਿਆ ਵੀ ਸ਼ਾਇਦ ਫੋਨ ਤੇ ਗੱਲ ਕਰਾਉਣਗੇ ਉਹ, ਬਟ ਨਹੀਂ, ਐਸਾ ਨਹੀਂ ਹੋਇਆ। ਉਹ ਫਿਰ ਉਹ ਜੋ ਗੁਰਮੁਖ ਸਨ ਇੱਥੋਂ ਦੇ ਸਿਟੀਜ਼ਨ ਹੀ ਗੁਰਮੁਖ ਪਿਆਰੇ, ਬੜੀ ਅਵਸਥਾ ਵਾਲੇ ਆ, ਵਾਹਿਗੁਰੂ ਦੀ ਬੜੀ ਕਿਰਪਾ ਉਹਨਾਂ ਤੇ। ਤਾਂ
ਉਹ ਕਹਿਣ ਲੱਗੇ ਜੀ, ਮੈਂ ਸੋਚਿਆ ਫੋਨ ਤੇ ਗੱਲ ਕਰਾਉਣਗੇ, ਬਟ ਉਹ ਕੀ ਹੋਇਆ, ਚੌਂਕੜੀ ਮਾਰ ਕੇ ਬੈਠੇ ਸੀ ਆਪਦੇ ਆਸਣ ਤੇ ਘਰ ਦੇ ਵਿੱਚ, ਅੱਖਾਂ ਬੰਦ ਕੀਤੀਆਂ ਤਾਂ ਫਿਰ ਉਹਨਾਂ ਦੇ ਜੋ ਲਿਪਸ ਹੱਲਣ ਲੱਗੇ, ਉਹਨਾਂ ਦੇ ਲਿਪਸ ਓਨਲੀ ਵਰਕ ਕਰ ਰਹੇ ਸੀ, ਉਹ ਬੋਲ ਰਹੇ ਸੀ ਆਪਣੇ ਮੂੰਹ ਨਾਲ ਅੱਖਾਂ ਬੰਦ ਕਰਕੇ, ਬਟ ਜਿਹੜੀ ਉਹ ਆਵਾਜ਼ ਸੀ ਉਹ ਆਵਾਜ਼ ਬਚਿੱਤਰ ਵੀਰ ਜੀਆਂ ਦੀ ਸੀ। ਮੈਂ ਸੁਣੀ ਸੀ, ਗੱਲ ਹੋਈ, ਹਾਲ ਚਾਲ ਪੁੱਛਿਆ। ਇਸ ਤਰ੍ਹਾਂ ਉਹਨਾਂ ਨੇ ਮੈਨੂੰ ਮਨਾ ਕੀਤਾ ਸੀ ਪਰ ਦੱਸਣ ਨੂੰ ਅੱਗੇ ਤੋਂ, ਪਰ ਮੇਰੇ ਕੋਲ ਰਿਹਾ ਨਹੀਂ ਗਿਆ, ਅੱਜ ਦੱਸਦਾ ਮੈਂ। ਸੋ ਇੱਕ ਦਿਨ ਫੇਰ ਮੇਰੇ ਮਨ 'ਚ ਖਿਆਲ ਆਇਆ ਵੀ ਗੁਰਬਾਣੀ ਦਾ ਇੱਕ ਵਿਚਾਰ ਹੈਗਾ, ਗੁਰਮੁਖ ਰੋਮ ਰੋਮ ਹਰ ਧਿਆਵੈ। ਕੀ ਸੱਚਮੁੱਖ ਸੁਣਿਆ ਹੈ ਵੀ ਬਾਬਾ ਕੁੰਦਨ ਸਿੰਘ ਜੀ ਦੇ ਰੋਮਾਂ ਵਿੱਚੋਂ ਆਵਾਜ਼ ਆਉਂਦੀ ਸੀ, ਬਾਬਾ ਕਰਤਾਰ ਸਿੰਘ ਦੀ ਰੋਮਾਂ ਵਿੱਚੋਂ ਆਵਾਜ਼ ਆਉਂਦੀ ਸੀ, ਹੋਰ ਗੁਰਮੁਖਾਂ ਦਾ ਨਾਮ ਸੁਣਿਆ ਵੀ ਉਹਨਾਂ ਦੇ ਰੋਮਾਂ ਵਿੱਚੋਂ ਆਵਾਜ਼ ਆਉਂਦੀ, ਕਪਾਟ ਕਦੇ ਮੈਂ ਪ੍ਰੈਕਟੀਕਲੀ ਨਹੀਂ ਸੁਣੀ। ਇੱਕ ਦਿਨ ਉਹਨਾਂ ਦੀ ਮੈਨੂੰ ਕਾਲ ਆਈ ਤਾਂ ਮੈਨੂੰ ਆਪਣੇ ਪਾਸ ਬੁਲਾਇਆ, ਗਿਆ ਜਦੋਂ ਉਹਨਾਂ ਕੋਲੇ, ਮੈਨੂੰ ਜੱਫੀ ਪਾ ਕੇ ਮਿਲੇ ਉਹ। ਜਦੋਂ ਉਹਨਾਂ ਨੇ ਜੱਫੀ ਪਾ ਕੇ ਘੁੱਟ ਕੇ ਆਪਣੀ ਛਾਤੀ ਦੇ ਨਾਲ ਲਾਇਆ ਤੇ ਮੈਨੂੰ ਇੱਕ ਬੜੀ ਭਾਰੀ ਗੂੰਜ ਸੁਣਾਈ ਦਿੱਤੀ, ਜਿਵੇਂ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਵਾਹਿਗੁਰੂ 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 ਬੋਲ ਰਹੇ ਹੋਣ। ਇਸ ਤਰ੍ਹਾਂ ਦੀ ਆਵਾਜ਼ ਮੇਰੇ ਕੰਨਾਂ ਨੂੰ ਸੁਣੀ ਉਹਨਾਂ ਦੇ ਨਾਲ ਲੱਗਣ ਨਾਲ। ਉਸ ਤੋਂ ਬਾਅਦ ਉਹਨਾਂ ਨੇ ਸਿਰਫ 2 ਸੈਕਿੰਡ ਮੈਨੂੰ ਆਪਣੀ ਛਾਤੀ ਨਾਲ ਲਾਇਆ ਹੋਣਾ, ਫਿਰ ਮੈਨੂੰ ਕਹਿੰਦੇ ਬੈਠ ਜਾਓ, ਮੈਂ ਵੀ ਬਹਿ ਗਿਆ, ਉਹ ਵੀ ਬੈਠ ਗਏ ਸੋਫੇ ਤੇ। ਤਾਂ ਫਿਰ ਮੈਨੂੰ ਕਹਿੰਦੇ ਕਿਉਂ, ਕੁਛ ਸੁਣਿਆ, ਸ਼ੰਕਾ ਦੂਰ ਹੋਇਆ? ਤਾਂ ਮੇਰੇ ਕੋਲੋਂ ਕੁਛ ਬੋਲਿਆ ਨਹੀਂ ਗਿਆ, ਬਟ ਹਾਂ ਮੈਂ ਕਿਹਾ। ਤਾਂ ਇਸ ਤਰ੍ਹਾਂ ਦੇ ਨਾਲ ਰੋਮਾਂ ਦੀ ਬਾਣੀ ਹੁੰਦੀ ਹੈ, ਗੁਰਮੁਖਾਂ ਦੇ ਰੋਮ ਰੋਮ ਦੇ ਵਿੱਚ ਆਵਾਜ਼ ਆਉਂਦੀ ਹੈ, ਰੋਮ ਰੋਮ ਬੋਲਦੇ, ਉਹਨਾਂ ਦੇ ਬੋਲਣਾ ਮੀਨਸ ਬਾਣੀ। ਰੋਮਾਂ ਦੀ ਵੀ ਬਾਣੀ ਹੁੰਦੀ ਹੈ, ਤਾਂਤਰਿਕ ਬਾਣੀ ਹੁੰਦੀ ਹੈ, ਜਿਵੇਂ ਲੋਕ ਜਾਦੂ ਦੇ ਨਾਲ ਇੱਕ ਥਾਂ ਤੇ ਬੈਠੇ ਦੂਰ ਸੁਣਾਈ ਦਿੰਦੇ ਆ। ਅੱਗ ਦੀ ਵੀ ਬਾਣੀ ਹੁੰਦੀ ਹੈ, ਅੱਗ ਵੀ ਬੋਲਦੀ ਹੈ, ਅੱਗ ਬੋਲਦੀ ਹੈ, ਅੱਗ ਦੀ ਬਾਣੀ, ਅਗਨੀ ਦੀ ਬਾਣੀ ਜਿਹਨੂੰ ਕਹਿੰਦੇ ਆ, ਅੱਗ ਵੀ ਬੋਲਦੀ, ਜਿਵੇਂ ਅੱਗ ਭੜ 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 ਕਰਦੀ ਹੈ, ਜਦੋਂ ਮੱਚਦੀ ਹੈ ਭੜ ਭੜ ਕਰਦੀ ਹੈ, ਉਹ ਵੀ ਉਹਦੀ ਬੋਲੀ ਹੈ। ਪਾਣੀ ਦੀ ਵੀ ਬੋਲੀ ਹੈਗੀ, ਪਾਣੀ ਦੀ ਬਾਣੀ ਵੀ ਹੈ, ਪਾਣੀ ਵੀ ਬੋਲਦਾ, ਪਾਣੀ ਕਲ ਕਲ ਕਰਦਾ। ਇਸ ਤਰ੍ਹਾਂ ਆਕਾਸ਼ਬਾਣੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ 4 ਬਾਣੀਆਂ ਨਹੀਂ, ਪ੍ਰਭ ਸ਼ਾਂਤੀ ਮਦਮਾ ਬੈਖਰੀ, 4 ਬਾਣੀਆਂ ਨਹੀਂ ਹੈ, ਕਿੰਨੀਆਂ ਹੀ ਕੇਤੀਆ ਬਾਣੀ, ਕਿੰਨੀਆਂ ਹੀ ਬਾਣੀਆਂ ਹਨ। ਅੱਗ ਦੀ ਬਾਣੀ ਹੈ, ਤੁਰਕੀ ਬਾਣੀ, ਵੇਦਾਂ ਦੀ ਬਾਣੀ, ਹਾਂਜੀ, ਬੈਖਰੀ ਬਾਣੀ, ਰੋਮਾਂ ਦੀ ਬਾਣੀ, ਤਾਂਤਰਿਕ ਬਾਣੀ, ਅਗਨੀ ਦੀ ਬਾਣੀ, ਪਾਣੀ ਦੀ ਬਾਣੀ, ਆਕਾਸ਼ ਬਾਣੀ, ਹੋਰ ਕਿੰਨੀਆਂ ਹੀ ਬਾਣੀਆਂ ਹਨ। ਦੈਨ ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨ ਅੰਤ। ਇਸ ਪੰਕਤੀ ਦੇ ਵਿੱਚ ਹੁਣ 4 ਵਿਸ਼ਰਾਮ ਹੈ, 4 ਵਾਰੀ ਆਪਾਂ ਨੂੰ ਪੌਜ਼ ਹੋਣਾ ਪਊਗਾ, ਥੋੜਾ ਥੋੜਾ 4 ਵਿਸ਼ਰਾਮ ਹੈ। ਸੁਰਤੀ ਦੇ ਉੱਤੇ ਵੀ ਵਿਸ਼ਰਾਮ ਲੈਣਾ, ਕੇਤੇ ਦੇ ਉੱਤੇ ਵੀ ਵਿਸ਼ਰਾਮ ਲੈਣਾ, ਨਾਨਕ ਦੇ ਉੱਤੇ ਵੀ ਵਿਸ਼ਰਾਮ ਲੈਣਾ, ਫਿਰ ਅੱਗੇ ਆਉਂਦਾ ਨਾ ਅੰਤ ਨਾ, ਇੱਥੇ ਵੀ ਵਿਸ਼ਰਾਮ ਲੈਣਾ। ਇਹਦਾ ਲਾਸਟ ਵਾਲਾ ਅੰਤ ਆ ਉਹ ਇਕੱਲਾ ਹੀ ਹੈ। ਓਕੇ, ਇਸ ਤਰ੍ਹਾਂ ਬੋਲਣਾ ਆਪਾਂ, ਕੇਤੀਆ ਸੁਰਤੀ ਵਿਸ਼ਰਾਮ, ਸੇਵਕ ਕੇਤੇ ਵਿਸ਼ਰਾਮ, ਨਾਨਕ ਵਿਸ਼ਰਾਮ, ਅੰਤ ਨਾ ਵਿਸ਼ਰਾਮ, ਅੰਤ। ਪਰ ਇਹਦਾ ਮਤਲਬ ਇਹ ਨਾ ਸਮਝ ਲਓ ਵੀ ਇਹ ਕੀ ਹੋ ਰਿਹਾ ਹੈ, ਇੰਨੇ ਵਿਸ਼ਰਾਮ ਕਿਵੇਂ, ਥਾਂ ਥਾਂ ਦੇ ਵਿਸ਼ਰਾਮ ਥੋੜਾ ਹੀ ਹੁੰਦੇ। ਗੱਲ ਨੂੰ ਬਾਣੀ ਨੂੰ ਸਮਝਣ ਵਾਸਤੇ ਤੇ ਵਿਸ਼ਰਾਮ ਮੀਨਸ ਇਹਦਾ ਇਹਨੇ ਵੀ ਚੰਗੀ ਤਰ੍ਹਾਂ ਰੁਕ ਜਾਓਗੇ ਤਾਂ ਬਹੁਤ ਬੈਡ ਲੱਗੂਗਾ। ਪੌਜ਼, ਸਮਾਲ ਪੌਜ਼, ਥੋੜਾ ਥੋੜਾ ਰੁਕਣਾ। ਅਸੀਂ ਇਸ ਤਰ੍ਹਾਂ ਪੜ੍ਹ ਕੇ ਸੁਣਾਉਣਾ ਮੈਂ ਤੁਹਾਨੂੰ। ਕੇਤਿਆ ਸੁਰਤੀ ਸੇਵ ਕੇਤੇ, ਨਾਨਕ ਅੰਤ ਨਾ ਅੰਤ। ਐ ਬਾਣੀ ਇਸ ਤਰ੍ਹਾਂ ਪੜ੍ਹੀ ਜਾਣੀ ਹੈ ਨਾ। ਤੇ ਡਰ ਨਾ ਜਾਇਓ ਕਿਤੇ ਵੀ ਇੰਨੇ ਵਿਸ਼ਰਾਮ ਲਾਉਣੇ ਆ, ਦੇਖਣ ਵਾਲਾ ਕੀ ਕਹੂਗਾ। ਜੇ ਲੌਂਗ ਸਾਊਂਡ ਦਿਓਗੇ, ਜ਼ਿਆਦਾ ਚਿਰ ਰੁਕੋਗੇ ਤਾਂ ਬੈਡ ਲੱਗੂਗਾ, ਚੰਗਾ ਨਹੀਂ ਲੱਗਣਾ। ਤਾਂ ਫਿਰ ਤੁਹਾਨੂੰ ਕੋਈ ਵੀ ਟੋਕ ਸਕਦਾ। ਥੋੜਾ ਥੋੜਾ ਰੁਕਣਾ ਹੁੰਦਾ ਹੈ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਐਵੇਂ
ਸੋ ਇਸ ਪੰਕਤੀ ਦਾ ਅਰਥ ਹੈ ਕਿ ਉੱਥੇ ਕਿੰਨੀਆਂ ਹੀ ਸੁਰਤੀਆਂ ਧਿਆਨ ਵਿੱਚ ਟਿਕੀਆਂ ਹੋਈਆਂ ਹਨ। ਕੇਤੀਆ ਸੁਰਤੀ, ਕਿੰਨੀਆਂ ਹੀ ਸੁਰਤੀਆਂ ਧਿਆਨ ਵਿੱਚ ਟਿਕੀਆਂ ਹੋਈਆਂ ਹਨ। ਸੇਵਕ ਕੀਤੇ, ਕਿੰਨੇ ਹੀ ਧਿਆਨ ਨੂੰ ਸੁਰਤੀ ਵਿੱਚ ਟਿਕਾਉਣ ਵਾਲੇ ਹਨ। ਕਿੰਨੇ ਹੀ ਵੇਦਾਂ ਦੇ ਪੜ੍ਹਨ ਵਾਲੇ ਹਨ। ਕਿੰਨੇ ਹੀ ਵੇਦਾਂ ਨੂੰ ਪੜ੍ਹਨ ਵਾਲਿਆਂ ਦੀ ਟਹਿਲ ਕਰਨ ਵਾਲੇ ਹਨ। ਹਾਂ, ਸੇਵਕ ਕੀਤੇ ਮਤਲਬ ਕਿੰਨੇ ਹੀ ਵੇਦਾਂ ਨੂੰ ਪੜ੍ਹਨ ਵਾਲੇ ਹਨ ਅਤੇ ਕਿੰਨੇ ਹੀ ਵੇਦਾਂ ਨੂੰ ਪੜ੍ਹਨ ਵਾਲਿਆਂ ਦੀ ਟਹਿਲ ਸੇਵਾ ਕਰਨ ਵਾਲੇ ਹਨ। ਜਿਵੇਂ ਕਿੰਨੇ ਹੀ ਪਾਠੀ ਹਨ ਗੁਰਬਾਣੀ ਦਾ ਪਾਠ ਕਰਨ ਵਾਲੇ, ਤੇ ਕਿੰਨੇ ਹੀ ਉਹਨਾਂ ਪਾਠੀ ਸਿੰਘਾਂ ਦੀ ਸੇਵਾ ਕਰਨ ਵਾਲੇ ਹਨ। ਸੇਵਕ ਕੀਤੇ ਹੈ ਨਾ। ਜਦੋਂ ਅਖੰਡ ਪਾਠ ਸਾਹਿਬ ਘਰੇ ਰੱਖਿਆ ਹੁੰਦਾ ਤਾਂ ਦੇਖੋ, ਜਦੋਂ ਡਿਊਟੀ ਲਾ ਕੇ ਆਉਂਦੇ ਆ ਜਾਂ ਅਖੰਡ ਪਾਠ ਸਾਹਿਬ ਦੀਆਂ ਡਿਊਟੀਆਂ ਲਾਉਂਦੇ ਤੇ ਆਪਾਂ ਉਹਨਾਂ ਦੀ ਬੈਠਿਆਂ ਦੀ ਸੇਵਾ ਕਰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਉਹ ਧੁਰ ਕੀ ਬਾਣੀ ਦਾ ਪਾਠ ਕਰਦੇ ਆ, ਗੁਰਬਾਣੀ ਪੜ੍ਹਦੇ ਆ। ਵੇਦਾਂ ਨੂੰ ਪੜ੍ਹਨ ਵਾਲੇ ਜਾਂ ਆਪਾਂ ਆਪਣੀ ਲੈਂਗੁਏਜ ਦੇ ਵਿੱਚ ਇੱਦਾਂ ਕਰ ਲਈ, ਕਿੰਨੇ ਹੀ ਗੁਰਬਾਣੀ ਨੂੰ ਪੜ੍ਹਨ ਵਾਲੇ ਹਨ ਅਤੇ ਕਿੰਨੇ ਹੀ ਉਹਨਾਂ ਪੜ੍ਹਨ ਵਾਲਿਆਂ ਦੀ ਸੇਵਾ ਕਰਨ ਵਾਲੇ ਹਨ, ਹੈ ਨਾ। ਇੱਦਾਂ ਵੀ ਆਪਾਂ ਆਪਣੇ ਲੈਵਲ 'ਤੇ ਆ ਕੇ ਅਰਥ ਕਰ ਸਕਦੇ ਹਾਂ ਜਿਹੜੇ ਆਪਾਂ ਨੂੰ ਸਮਝ ਆ ਜਾਣ। ਨਾਨਕ ਅੰਤ ਨਾ ਅੰਤ, ਨਾਨਕ ਤੇ ਤਾਂ ਰੁਕਣਾ ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਅੰਤ ਨਾ ਅੰਤ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਹੇ ਵਾਹਿਗੁਰੂ, ਤੇਰੇ ਕੰਮਾਂ ਤੇ ਤੇਰੇ ਕਰਤਬਾਂ ਦਾ ਕੋਈ ਅੰਤ ਨਹੀਂ ਆਉਂਦਾ। ਤੇਰੇ ਕੰਮਾਂ ਦਾ ਤੇ ਤੇਰੇ ਕਰਤਬਾਂ ਦਾ ਕੋਈ ਅੰਤ ਨਹੀਂ ਆਉਂਦਾ। ਕੇਤੀਆ ਸੁਰਤੀ ਸੇਵਕ ਕੀਤੇ, ਨਾਨਕ ਅੰਤ ਨਾ ਅੰਤ, ਮਤਲਬ ਕਿੰਨੀਆਂ ਸੁਰਤੀਆਂ ਧਿਆਨ ਵਿੱਚ ਟਿਕੀਆਂ ਹੋਈਆਂ ਹਨ, ਕਿੰਨੇ ਹੀ ਧਿਆਨ ਨੂੰ ਸੁਰਤੀ ਵਿੱਚ ਟਿਕਾਉਣ ਵਾਲੇ ਹਨ। ਇੱਥੇ ਦੋ ਗੱਲਾਂ ਨਾ, ਵੀ ਇੱਕ ਤਾਂ ਪਰਮਾਨੈਂਟਲੀ ਸੁਰਤੀਆਂ ਧਿਆਨ ਵਿੱਚ ਟਿਕੀਆਂ ਹੋਈਆਂ ਹਨ, ਬਟ ਕਿੰਨੇ ਹੀ ਆਪਣੀ ਸੁਰਤ ਨੂੰ ਧਿਆਨ ਵਿੱਚ ਟਿਕਾਉਣ ਦੀ ਟਰਾਈ ਕਰ ਰਹੇ ਹਨ, ਮੇਰੇ ਵਰਗੇ ਤੁਹਾਡੇ ਵਰਗੇ, ਹੈ ਨਾ। ਕਿੰਨੇ ਹੀ ਵੇਦਾਂ ਨੂੰ ਪੜ੍ਹਨ ਵਾਲੇ ਹਨ, ਕਿੰਨੇ ਹੀ ਉਹਨਾਂ ਦੀ ਸੇਵਾ ਕਰਨ ਵਾਲੇ ਹਨ। ਗੁਰੂ ਜੀ ਕਹਿੰਦੇ, ਹੇ ਵਾਹਿਗੁਰੂ, ਤੇਰੇ ਕੰਮਾਂ ਦਾ ਕੋਈ ਅੰਤ ਨਹੀਂ ਆਉਂਦਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਚੈਪਟਰ ਥੋੜ੍ਹਾ ਜਿਹਾ ਲੰਬਾ ਹੋ ਗਿਆ। 35ਵੀਂ ਪੌੜੀ ਕੰਪਲੀਟ ਹੋ ਗਈ ਆਪਣੀ, 35 ਪੌੜੀ ਕੰਪਲੀਟ ਹੋ ਗਈ ਹੈ। ਤੇ ਇਸ ਤੋਂ ਅੱਗੇ ਆਪਾਂ ਅਗਲੀ ਪੌੜੀ ਦੇ ਅਰਥ ਜਿਹੜੇ ਹਨ 36ਵੀਂ ਦੇ, ਉਹ ਆਪਾਂ ਅਗਲੇ ਪਾਠ ਦੇ ਵਿੱਚ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।